अस्सलाम वालेकुम, सत श्री अकाल। ਅਸੀਂ ਅੱਜ ਆਪਣੇ ਸਾਂਝੀ ਸਾਧ ਦੇ ਵਿੱਚ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੈ। ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਹਫਤੇ ਦੇ ਵਿੱਚ 2 ਐਸੇ ਪ੍ਰੋਗਰਾਮ ਕਰਦੇ ਹਾਂ ਜਿਨ੍ਹਾਂ ਦਾ ਤਾਲੁਕ ਜਿਹੜਾ ਸਾਡੀ ਹਯਾਤੀ ਦੇ ਨਾਲ ਹੈ ਔਰ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਹੁੰਦੇ ਨੇ ਔਰ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕੁਝ ਤੁਹਾਡੇ ਕੋਲੋਂ ਸਿੱਖੀਏ ਔਰ ਕੁਝ ਚੀਜ਼ਾਂ ਦਾ ਸਾਨੂੰ ਪਤਾ ਲੱਗੇ ਔਰ ਜੋ ਕੁਝ ਸਾਨੂੰ ਪਤਾ ਹੈ ਉਹ ਤੁਹਾਡੇ ਨਾਲ ਸਾਂਝਾ ਕਰੀਏ। ਤੁਸੀਂ ਦੇਖ ਰਹੇ ਹੋ ਕਿ ਪਿਛਲੇ ਕਈਆਂ ਮਹੀਨਿਆਂ ਤੋਂ ਅਸੀਂ ਬਹੁਤ ਸਾਰੇ ਪ੍ਰੋਗਰਾਮ ਕੀਤੇ। ਅਸੀਂ ਪਿੰਡਾਂ ਥਾਵਾਂ ਦੀ ਜਿਹੜੀ ਲੋਕ ਰਹਿਤਲ ਹੈ ਉਹਦੇ ਤੇ ਵੀ ਗੱਲ ਕੀਤੀ। ਅਸੀਂ ਪੰਜਾਬੀ ਫਿਲਮਾਂ ਤੇ ਵੀ ਗੱਲ ਕੀਤੀ। ਅਸੀਂ ਵਡਗਿਆਂ ਦੀ ਸੋਚ ਤੇ ਵੀ ਗੱਲ ਕੀਤੀ। ਅਸੀਂ ਵਾਈ ਬੀਜੀ ਤੇ ਵੀ ਗੱਲ ਕੀਤੀ ਤੇ ਲੋਕ ਤਮਾਸ਼ਿਆਂ ਤੇ ਵੀ ਅਸੀਂ ਗੱਲ ਕੀਤੀ ਤੇ ਇਹ ਬਹੁਤ ਸਾਰੇ ਸਾਡੇ ਆਸੇ-ਪਾਸੇ ਖਿਲ ਰਹੀਆਂ ਹੋਈਆਂ ਜ਼ਿੰਦਗੀ ਦੇ ਤਮਾਸ਼ੇ ਨੇ ਜਿਹੜੇ ਸਾਨੂੰ ਨਜ਼ਰ ਆਉਂਦੇ ਨੇ ਔਰ ਮਕਸਦ ਸਾਡਾ ਇਹ ਹੁੰਦਾ ਹੈ ਕਿ ਇਹਨਾਂ ਗੱਲਾਂ ਬਾਤਾਂ ਦੇ ਰਾਹੀਂ ਅਸੀਂ ਆਪਣੀ ਉਸ ਹਯਾਤੀ ਨੂੰ ਕਿਤੇ ਭੁੱਲ ਨਾ ਜਾਈਏ ਜਿਹੜੀ ਅਸੀਂ ਨਹੀਂ ਚਲੋ ਦੇਖੀ ਲੇਕਿਨ ਸਾਡੇ ਵਡਕਿਆਂ ਨੇ ਦੇਖੀ। ਤੇ ਅੱਜ ਅਸੀਂ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਹਾਜ਼ਰ ਹੋਏ ਹਾਂ। ਤੁਹਾਡੇ ਨਾਲ ਅਸੀਂ ਇਸ ਤੇ ਗੱਲਬਾਤ ਕਰਾਂਗੇ। ਰੱਬ ਦੀ ਸਭ ਤੋਂ ਵੱਡੀ ਨਿਮਤ ਕੀ ਹੁੰਦੀ ਹੈ? ਅਗਰ ਮੇਰੇ ਕੋਲ ਕੋਈ ਪੁੱਛੇ ਤੇ ਰੱਬ ਦੀਆਂ ਵੱਡੀਆਂ ਨਿਮਤਾਂ ਦੇ ਵਿੱਚੋਂ ਮੈਨੂੰ ਉਹ ਬੰਦੇ ਬੜੇ ਚੰਗੇ ਲੱਗਦੇ ਨੇ ਜਿਨ੍ਹਾਂ ਦੀ ਆਵਾਜ਼ ਚੰਗੀ ਹੁੰਦੀ ਹੈ, ਜਿਹੜੇ ਚੰਗਾ ਜਿਹੜਾ ਗਾ ਲੈਂਦੇ ਨੇ। ਹਮੇਸ਼ਾ ਮੈਨੂੰ ਇਹ ਰਿਹਾ ਵਾ ਕਿ ਕਾਸ਼ ਸਾਡੀ ਵੀ ਆਵਾਜ਼ ਚੰਗੀ ਹੁੰਦੀ, ਅਸੀਂ ਵੀ ਉਹਨਾਂ ਤਰ੍ਹਾਂ ਗਾ ਲੈਂਦੇ, ਸਾਨੂੰ ਵੀ ਲੋਕ ਸੁਣਨ ਵਾਲੇ ਹੁੰਦੇ। ਲੇਕਿਨ ਜਦੋਂ ਅਸੀਂ ਉਹਨਾਂ ਲੋਕਾਂ ਕੋਲ ਪੁੱਛੀਦਾ ਹੈ ਕਿ ਜਿਹੜੇ ਗਾ ਲੈਂਦੇ ਨੇ ਜਿਨ੍ਹਾਂ ਦੀ ਆਵਾਜ਼ ਚੰਗੀ ਹੁੰਦੀ ਹੈ, ਹਮੇਸ਼ਾ ਉਹ ਗਿਲਾ ਜਿਹੜਾ ਹੈ ਉਹ ਕਰਦਾ ਨਜ਼ਰ ਆਉਂਦੇ ਨੇ ਔਰ ਉਸ ਗਿਲੇ ਦੇ ਵਿੱਚ ਸ਼ਿਕਵੇ ਦੇ ਵਿੱਚ ਇਹ ਹੁੰਦਾ ਹੈ ਕਿ ਸਾਨੂੰ ਰੱਬ ਨੇ ਆਵਾਜ਼ ਤਾਂ ਦਿੱਤੀ ਹੈ ਲੇਕਿਨ ਅਸੀਂ ਇਸ ਆਵਾਜ਼ ਨੂੰ ਕੀ ਕਰਨਾ ਜਿਹਦੇ ਵਜ੍ਹਾ ਤੋਂ ਸਾਨੂੰ ਕੁਝ ਖਾਣ ਪੀਣ ਨੂੰ ਨਹੀਂ ਲੱਭਦਾ। ਤੁਸੀਂ ਵੇਖਿਆ ਹੋਣਾ ਕਿ ਸਾਡੇ ਆਸੇ-ਪਾਸੇ ਬਹੁਤ ਸਾਰੇ ਐਸੇ ਲੋਕ ਨੇ, ਉਹਨਾਂ ਦੀਆਂ ਬਹੁਤ ਚੰਗੀਆਂ ਆਵਾਜ਼ਾਂ ਨੇ, ਲੋਕ ਉਹਨਾਂ ਨੂੰ ਸੁਣਦੇ ਨੇ ਔਰ ਉਹ ਕਦੀ ਤਾਂ ਉਹਨਾਂ ਨੂੰ ਕੋਈ ਚੰਗਾ ਸਿਆਣਾ ਬੰਦਾ ਜਿਹੜਾ ਹੈ ਉਹਨਾਂ ਦੀ ਸਿਆਣਪ ਕਰਨ ਵਾਲਾ, ਉਹਨਾਂ ਨੂੰ ਜਾਚਣ ਵਾਲਾ ਲੱਭ ਜਾਂਦਾ ਹੈ ਤੇ ਉਹ ਆਵਾਜ਼ ਜਿਹੜੀ ਹੈ ਫਿਰ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਜਾਂਦੀ ਹੈ। ਤੇ ਕਈ ਐਸੇ ਵੀ ਹੁੰਦੇ ਨੇ ਕਿ ਜਿਹੜੇ ਵਿਚਾਰੇ ਤੁਰ ਫਿਰ ਕੇ ਗੁਜ਼ਾਰਾ ਕਰਦੇ ਨੇ, ਮੰਗਦੇ ਨੇ। ਤੁਸੀਂ ਦੇਖਿਆ ਹੋਣਾ ਸਾਡੇ ਆਸੇ-ਪਾਸੇ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਕਿ ਜਿਨ੍ਹਾਂ ਕੋਲੇ ਇੱਕ ਰੱਬ ਨੇ ਜਿਹੜਾ ਹੈ ਉਹਨਾਂ ਨੂੰ ਆਵਾਜ਼ ਦਾ ਜਿਹੜਾ ਹੁਨਰ ਹੈ ਜਿਹੜਾ ਦਿੱਤਾ ਹੋਇਆ ਹੈ। ਤੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਸਾਡੇ ਨਾਲ ਰਲੋ ਆ ਕੇ ਤੇ ਤੁਹਾਡੇ ਆਸੇ-ਪਾਸੇ ਕੋਈ ਐਸੇ ਸਟਰੀਟ ਸਿੰਗਰਸ ਤੇ ਅੱਛਾ ਇਹ ਚੜ੍ਹਦੇ ਤੇ ਲਹਿੰਦੇ ਪੰਜਾਬ ਦੋਨਾਂ ਦੇ ਵਿੱਚ ਤੁਹਾਨੂੰ ਮਿਲਣਗੇ। ਜਿਸ ਵੇਲੇ ਤੁਸੀਂ ਬਾਹਰਲੇ ਮੁਲਕਾਂ ਜਾਂਦੇ ਹੋ ਉੱਥੇ ਵੀ ਸਟਰੀਟ ਸਿੰਗਰਸ ਤੁਹਾਨੂੰ ਜਿਹੜੇ ਨੇ ਉਹ ਮਿਲਦੇ ਨੇ, ਗਾਉਂਦੇ ਨੇ। ਲੇਕਿਨ ਤੁਸੀਂ ਦੇਖਿਆ ਹੋਣਾ ਕਿ ਉੱਥੇ ਫਨ ਦੀ ਕਦਰ ਹੈ। ਸਾਡੇ यहाँ ਉਸ ਤਰ੍ਹਾਂ ਫਨ ਦੀ ਕਦਰ ਨਹੀਂ ਹੁੰਦੀ। ਅਕਸਰ ਜਿਹੜੇ ਨੇ ਸ਼ਿਕਵਾ ਕਰਦੇ ਹੋਏ ਨਜ਼ਰ ਆਉਂਦੇ ਨੇ ਆਪਣੇ ਮੁਕੱਦਰਾਂ ਦਾ ਕਿ ਸਾਡੀ ਇਸ ਆਵਾਜ਼ ਦਾ ਸਾਨੂੰ ਕੀ ਫਾਇਦਾ ਹੋਇਆ ਕਿ ਜਿਹਦੇ ਨਾਲ ਸਾਡਾ ਢਿੱਡ ਵੀ ਨਹੀਂ ਭਰਦਾ। ਜਿਹੜੇ ਚੰਗੇ ਮੁਆਸ਼ਰੇ ਹੁੰਦੇ ਨੇ, ਚੰਗੇ ਜਿਹੜੇ ਲੋਕ ਹੁੰਦੇ ਨੇ ਤੇ ਉਹ ਜ਼ਰੂਰ ਇਹੋ ਜਿਹੇ ਲੋਕਾਂ ਦੀ ਕਦਰ ਕਰਦੇ ਨੇ ਕਿਉਂਕਿ ਇਹੋ ਜਿਹਾ ਫਨ ਹੈ ਤੇ ਜਿਹੜਾ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ। ਤੁਸੀਂ ਫਿਰ ਇਹ ਵੀ ਦੇਖਿਆ ਹੋਣਾ ਕਿ ਅਗਰ ਕੋਈ ਪਰਖ ਕਰਨ ਵਾਲਾ ਇਹਨਾਂ ਨੂੰ ਮਿਲ ਜਾਂਦਾ ਹੈ ਤੇ ਫਿਰ ਉਹ ਕਿਤੇ ਦੀ ਕਿਤੇ ਪਹੁੰਚ ਜਾਂਦੇ ਨੇ। ਤੇ ਅੱਜ ਮੈਂ ਵੀ ਇੱਕ ਐਸਾ ਹੀ ਸਟਰੀਟ ਸਿੰਗਰ ਜਿਹੜਾ ਹੈ ਉਹਦੇ ਨਾਲ ਤੁਹਾਡੇ ਗੱਲ ਕਰਵਾਵਾਂਗਾ ਤੇ ਉਸ ਤੋਂ ਪਹਿਲੇ ਮੇਰੇ ਨਾਲ ਅਮਰੀਕਾ ਤੋਂ ਔਲਖ ਸਾਹਿਬ ਜੁੜੇ ਹੋਏ ਨੇ ਤੇ ਮੈਂ ਸਭ ਤੋਂ ਪਹਿਲਾਂ ਉਹਨਾਂ ਅੱਗੇ ਬੇਨਤੀ ਕਰਾਂਗਾ ਕਿ ਉਹ ਅੱਜ ਦੇ ਟੌਪਿਕ ਦੇ ਹਵਾਲੇ ਦੇ ਨਾਲ ਸਾਡੇ ਨਾਲ ਸਾਂਝ ਪਾਉਣ ਤੇ ਇਸ ਗੱਲਬਾਤ ਨੂੰ ਅੱਗੇ ਵਧਾਉਣ। ਜੀ ਯਸ਼ਪਾਲ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ। ਪਹਿਲਾਂ ਤੇ ਨਾਸਰ ਜੀ ਨੂੰ ਹੈਪੀ ਬਰਥਡੇ। ਮੈਂ ਕੱਲ ਜੁਆਇਨ ਨਹੀਂ ਕਰ ਸਕਿਆ ਤੁਹਾਨੂੰ। ਸਜਾਦ ਜੀ, ਮੇਰਾ ਤਜਰਬਾ ਹੈ, ਮੈਂ ਅੱਜ ਕੱਲ ਤਾਂ ਖੈਰ ਸੋਸ਼ਲ ਮੀਡੀਆ ਦਾ ਵਕਤ ਹੈ, YouTube ਦਾ ਵਕਤ ਹੈ। ਕਿਸੇ ਜ਼ਮਾਨੇ 'ਚ ਮੈਂ ਸਾਈਂ ਜ਼ਹੂਰ ਸਾਹਿਬ ਨੂੰ ਸੁਣਿਆ, ਤੁਹਾਡੇ ਪਾਕਿਸਤਾਨ ਤੋਂ ਨੇ। ਮੈਂ ਉਹਨਾਂ ਨੂੰ ਵੀ ਸਟਰੀਟ ਸਿੰਗਰ ਹੀ ਮੰਨਦਾ ਸਾਂ ਉਦੋਂ, ਕਿਉਂਕਿ ਉਹ ਵੀ ਇੱਕ ਮਜ਼ਾਰ ਤੇ ਗਾਉਂਦੇ ਹੁੰਦੇ ਸਨ ਸ਼ਾਇਦ। ਅੱਜ ਅਸੀਂ ਉਹਨਾਂ ਨੂੰ ਬੜੇ ਵੱਡੇ ਵੱਡੇ ਲੈਵਲ ਤੇ ਸੁਣ ਰਹੇ ਹਾਂ। ਅੱਜ ਦੀ ਜਿਹੜੀ ਪੀੜ੍ਹੀ ਆ ਉਹਨਾਂ ਲਈ ਇਹ ਇੱਕ ਨਿਆਮਤ ਹੈ ਕਿ ਉਹ ਇੱਕ ਵੀ ਗੀਤ ਰਿਕਾਰਡ ਕਰਕੇ YouTube ਤੇ ਪਾ ਕੇ
ਸੁਣੇ ਜਾ ਸਕਦੇ ਨੇ। ਨਹੀਂ ਤੇ ਪਹਿਲਾਂ ਤੁਸੀਂ ਟ੍ਰੇਨਾਂ ਦੇ ਵਿੱਚ ਜਾਂ ਬੱਸਾਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ ਮਤਲਬ ਕਈ ਫਕੀਰ ਗਾਉਂਦੇ ਹੁੰਦੇ ਸੀ। ਤੇ ਉਹ ਸਾਰੀ ਉਮਰ ਵਿਚਾਰੇ ਇੰਝ ਹੀ ਅਨਨੋਨ ਹੀ ਜੰਮਦੇ ਸੀ ਤੇ ਅਨਨੋਨ ਹੀ ਤੁਰ ਜਾਂਦੇ ਸੀ। ਉਹਨਾਂ ਦੇ ਗੀਤ ਵੀ ਰਿਕਾਰਡ ਨਹੀਂ ਹੋਏ ਜਾਂ ਸੁਣੇ ਨਹੀਂ ਗਏ। ਬੜੀਆਂ ਜਿਹੜੀਆਂ ਨੇ ਟੈਲੈਂਟ ਲੋਕ ਨੇ ਜਿਹੜੇ ਅਣਦੱਬੇ ਰਹਿ ਗਏ ਨੇ, ਜਿਨ੍ਹਾਂ ਦੇ ਟੈਲੈਂਟ ਸਾਹਮਣੇ ਨਹੀਂ ਆਇਆ ਕਦੀ ਵੀ। ਬਹੁਤ ਸੋਹਣਾ ਗਾਉਂਦੇ ਸਨ ਉਹ। ਹੁਣ ਵੀ ਤੁਸੀਂ ਲੱਭ ਸਕਦੇ ਹੋ, ਕਈ YouTube ਤੇ ਤੁਹਾਨੂੰ ਇਹੋ ਜਿਹੀਆਂ ਮਿਲ ਜਾਣਗੀਆਂ ਜਿਹੜੀਆਂ ਪ੍ਰਤਿਭਾਵਾਂ ਨੇ ਜਾਂ ਜਿਹੜੇ ਟੈਲੈਂਟ ਲੋਕ ਨੇ, ਕਹਿਣ ਦਾ ਮਤਲਬ ਹੈਗੇ ਨੇ ਬਹੁਤ। ਕੁਛ ਲੋਕ ਇਹੋ ਜਿਹੇ ਨੇ ਸਜਾਦ ਜੀ ਜਿਹੜੇ ਬੜੀ ਸਪੈਸੀਫਿਕ ਚੀਜ਼ਾਂ ਗਾਉਂਦੇ ਨੇ, ਜਿਨ੍ਹਾਂ 'ਚ ਲੋਕ ਗੀਤ ਨੇ, ਜਾਂ ਕੋਈ ਹੀਰ ਬੜੀ ਵਧੀਆ ਗਾਉਂਦਾ ਹੈ। ਕਿਉਂਕਿ ਹੀਰ ਗਾਉਣਾ ਹਰ ਬੰਦੇ ਦੇ ਵੱਸ ਦਾ ਰੋਗ ਨਹੀਂ ਗਾ। ਹੀਰ ਇੱਕ ਬੜਾ ਵੱਖਰਾ ਜਿਹਾ ਗਾਉਣ ਦਾ ਸਲੀਕਾ ਹੁੰਦਾ, ਉਹਦੇ 'ਚ ਹੇਕ ਹੁੰਦੀ ਹੈ। ਜਾਂ ਮਿਰਜ਼ਾ ਵੀ ਹਰ ਬੰਦਾ ਨਹੀਂ ਗਾ ਸਕਦਾ, ਜਾਂ ਹਰ ਔਰਤ ਨਹੀਂ ਗਾ ਸਕਦੀ। ਮਿਰਜ਼ਾ ਵੀ ਹਿੱਕ ਨਾਲ ਗਾਇਆ ਜਾਂਦਾ, ਬੜੇ ਥੋੜੇ ਲੋਕ ਨੇ ਜਿਹੜੇ ਉਹਨੂੰ ਗਾ ਸਕਦੇ ਨੇ। ਕਹਿਣ ਦਾ ਭਾਵ ਇਹ ਹੈ ਕਿ ਗਾਉਣਾ, ਤੁਹਾਡੀ ਗੱਲ ਠੀਕ ਹੈ, ਗਾਉਣਾ ਹਰ ਬੰਦੇ ਦੇ ਵੱਸ ਦਾ ਰੋਗ ਨਹੀਂ। ਅੱਜ ਕੱਲ੍ਹ ਭਾਵੇਂ ਕੰਪਿਊਟਰ ਨੇ ਬੜੇ ਲੋਕਾਂ ਦੇ ਬੰਬੀਏ ਬੁਲਾਤੇ ਨੇ, ਸਾਡੇ ਵਾਲੇ ਪਾਸੇ ਬੰਬੀਆ ਬੜਾ ਬੋਲਦਾ ਅੱਜ ਕੱਲ੍ਹ ਪੰਜਾਬ 'ਚ, ਪਰ ਉਹ ਬੰਬੀਏ ਝੂਠੇ ਨੇ ਸਾਰੇ, ਮਤਲਬ ਸਹੀ ਬੰਬੀਏ ਨਹੀਂ ਗੇ ਉਹ। ਜਿਹੜੀ ਅਸਲੀ ਗਾਇਕੀ ਹੈ ਉਹਦਾ ਘਰ ਬੜਾ ਦੂਰ ਹੈ। ਮੇਰਾ ਖਿਆਲ ਬਚਪਨ ਤੋਂ ਲੈ ਕੇ ਪਹਿਲੇ 15-16 ਸਾਲ ਦਾ ਜਿਹੜਾ ਰਿਆਜ਼ ਹੈ, ਉਹ ਉਹਨਾਂ ਨੂੰ ਪਰਪੱਕ ਜਿਹੜਾ ਉਹ ਗੀਤ ਗਾਉਣ ਵਾਲੇ ਬਣਾਉਂਦਾ ਹੈ। ਜਿਹੜਾ ਅੱਜ ਇੰਨਾ, ਤਾਂ ਮੇਰਾ ਖਿਆਲ ਕਿਸੇ ਦੇ ਵਿੱਚ ਸੰਤੋਖ ਸਬਰ ਨਹੀਂ ਬਚਿਆ। ਹੋਣਗੇ ਕੋਈ ਬੜੇ ਘੱਟ ਲੋਕ ਜਿਹੜੇ ਬਚਪਨ ਤੋਂ ਲੈ ਕੇ ਪਹਿਲੇ 15-16 ਸਾਲ ਰਿਆਜ਼ ਕੀਤਾ, ਜਿਨ੍ਹਾਂ ਨੇ ਬੜਾ ਦੱਬ ਕੇ ਰਿਆਜ਼ ਕੀਤਾ, ਫਿਰ ਉਹ ਰਹਿੰਦੀ ਹਯਾਤੀ ਤੱਕ ਉਹਨਾਂ ਦਾ ਜਿਹੜਾ ਗਾਉਣ ਪਾਣੀ ਹੈ ਵਧੀਆ ਚੱਲੇਗਾ। ਬਾਕੀ ਨਹੀਂ ਤਾਂ ਫਿਰ ਅੱਜ ਕੱਲ੍ਹ ਤਾਂ ਇੰਸਟੈਂਟ ਚੱਲਦਾ ਹੈ ਜੀ, ਇੰਸਟੈਂਟ ਕਾਫੀ ਹੈ, ਇੰਸਟੈਂਟ ਫੂਡ ਹੈ, ਇੰਸਟੈਂਟ ਹੀ ਗਾਉਣ ਪਾਣੀ ਚੱਲਦਾ। ਤਾਂ ਫਿਰ ਉਹ ਬੰਬੀਏ ਵਾਂਗੂ ਬੋਲਦੇ ਨੇ 2 ਦਿਨ ਤੇ ਬੰਬੀਏ ਵਾਂਗੂ ਚੁੱਪ ਕਰ ਜਾਂਦੇ ਨੇ। ਇਹ ਮੇਰੀ ਸ਼ੁਰੂਆਤੀ ਮੇਰੀ ਇਹੀ ਗੱਲਬਾਤ ਹੈ ਜੀ। ਫਿਰ ਜਿਉਂ ਜਿਉਂ ਅੱਗੇ ਵਧਾਂਗੇ ਆਪਾਂ ਗੱਲਾਂ ਕਰਾਂਗੇ ਹੋਰ। ਜੀ ਜੀ, ਬਹੁਤ ਮਿਹਰਬਾਨੀ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਅੱਜ ਦਾ ਜਿਹੜਾ ਦੌਰ ਹੈ ਇਹ ਮੀਡੀਆ ਦਾ ਦੌਰ ਹੈ, ਸੋਸ਼ਲ ਮੀਡੀਆ ਦਾ ਦੌਰ ਹੈ। ਹਰ ਬੰਦੇ ਦੇ ਆਪਣਾ ਇੱਕ ਚੈਨਲ ਹੈ, ਹਰ ਬੰਦਾ ਜਿਹੜਾ ਹੈ ਉਹਦੇ ਹੱਥ ਦੇ ਵਿੱਚ ਆਪਣੀ ਇੱਕ ਸਕਰੀਨ ਹੈ, ਹਰ ਬੰਦਾ ਜਿਹੜਾ ਉਹਦੇ ਹੱਥ ਦੇ ਵਿੱਚ ਇੱਕ ਕੈਮਰਾ ਹੈ। ਇਸ ਲਈ ਉਹਦੇ ਲਈ ਕੋਈ ਮੁਸ਼ਕਲ ਨਹੀਂ। ਲੇਕਿਨ ਯਸ਼ਪਾਲ ਜੀ, ਇਹ ਜਿਹੜੇ ਲੋਕ ਹੁੰਦੇ ਨੇ ਸਟਰੀਟ ਸਿੰਗਰਸ, ਇਹ ਮੇਰੇ ਨਾਲ ਅब्बास ਸਾਹਿਬ ਜਿਹੜੇ ਮੌਜੂਦ ਨੇ, ਤੇ ਮੈਂ ਇਹਨੂੰ ਕਿਹਾ ਯਾਰ ਤੂੰ ਆਪਣੀਆਂ ਵੀਡੀਓ ਬਣਾ ਕੇ ਜਿਹੜੀਆਂ ਤੂੰ ਚੈਨਲ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਕਿਉਂ ਨਹੀਂ ਪਾਉਂਦਾ? ਕਹਿੰਦਾ ਜੀ ਮੇਰੇ ਕੋਲ ਮੋਬਾਈਲ ਹੋਵੇ ਤੇ ਮੈਂ ਪਾਵਾਂ, ਮੇਰੇ ਕੋਲ ਤੇ ਇੰਨੇ ਪੈਸੇ ਹੀ ਹੈ ਨਹੀਂ ਤੇ ਮੈਂ ਇਹਨਾਂ ਦਾ ਕੀ ਕਰਾਂ। ਤੇ ਚੰਗੀ ਗੱਲ ਹੈ। ਲੋਕ ਜਿਹੜੇ ਨੇ, ਜ਼ਾਹਿਰ ਹੈ ਕਿ ਵਿਚਾਰੇ ਜਿਹੜੇ ਨੇ ਹਯਾਤੀ ਦੇ ਨਾਲ ਲੜਦੇ ਨੇ, ਢਿੱਡ ਵਾਸਤੇ ਬਹੁਤ ਸਾਰੇ ਦੂਸਰੇ ਵੀ ਇਹਨਾਂ ਨੂੰ ਕੰਮ ਕਰਨੇ ਪੈਂਦੇ ਨੇ। ਤੇ ਜਿੰਨਾ ਚਿਰ ਫਨਕਾਰਾਂ ਦੀ ਕਦਰ ਨਹੀਂ ਹੁੰਦੀ, ਜਿਨ੍ਹਾਂ ਸਮਾਜਾਂ ਦੇ ਵਿੱਚ, ਜਿਨ੍ਹਾਂ ਮੁਆਸ਼ਰਿਆਂ ਦੇ ਵਿੱਚ, ਉੱਥੇ ਫਿਰ ਤੁਹਾਨੂੰ ਪਤਾ ਹੈ ਕਿ ਉਹ ਲੋਕ ਅੱਗੇ ਆ ਜਾਂਦੇ ਨੇ ਕਿ ਜਿਹੜਾ ਹੈ ਉਹ ਇੰਨਾ ਕੁ ਜ਼ਰੂਰੀ ਹੈ ਕਿ ਹੁਣ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਚਾਹੀਦਾ ਹੈ ਕਿ ਇਹੋ ਜਿਹੇ ਲੋਕਾਂ ਦੀ ਅਸੀਂ ਮਦਦ ਕਰੀਏ, ਇਹੋ ਜਿਹੇ ਲੋਕਾਂ ਨੂੰ ਅਸੀਂ ਅੱਗੇ ਲਿਆਈਏ, ਤਾਂ ਕਿ ਇਹ ਸਾਡਾ ਸਰਮਾਇਆ ਨੇ, ਇਹ ਲੋਕ ਟੁਰ ਜਾਣ ਦੇ, ਰਿਕਾਰਡ ਨਹੀਂ ਹੋਣ ਦੀਆਂ ਚੀਜ਼ਾਂ ਇਹਨਾਂ ਦੀਆਂ, ਗੁੰਮ ਹੋ ਜਾਣ ਦੀਆਂ। ਔਰ ਕੋਈ ਵੀ ਜਿਹੜਾ ਫਨਕਾਰ ਹੁੰਦਾ, ਗਾਉਣ ਵਾਲਾ ਹੁੰਦਾ, ਉਹਦੇ ਕੋਲ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਜਿਹੜਾ ਕਿਸੇ ਦੂਸਰੇ ਫਨਕਾਰ ਕੋਲ ਨਹੀਂ ਹੁੰਦਾ, ਔਰ ਉਹੀ ਉਹਨੂੰ ਵੱਖ ਕਰਦਾ ਹੈ। ਯਾਨੀ ਨੂਰ ਜਹਾਂ ਦਾ ਆਪਣਾ ਟੈਲੈਂਟ ਸੀਗਾ, ਰੇਸ਼ਮਾ ਦਾ ਆਪਣਾ ਟੈਲੈਂਟ ਸੀਗਾ, ਲਤਾ ਦਾ ਆਪਣਾ ਹੈ, ਰਫੀ ਦਾ ਆਪਣਾ ਹੈ। ਹਰ ਫਨਕਾਰ ਦੀ ਕੋਈ ਨਾ ਕੋਈ ਆਪਣੀ ਇੱਕ ਵੱਖ ਜਿਹੜੀ ਹੈ ਸ਼ਨਾਖਤ ਔਰ ਪਛਾਣ ਹੁੰਦੀ ਹੈ ਉਹਦੀ। ਤੇ ਇਸੇ ਤਰ੍ਹਾਂ ਹੀ ਇਹ ਲੋਕ ਹੁੰਦੇ ਨੇ ਜਿਹੜੇ ਆਪਣੀ ਹਯਾਤੀ ਔਰ ਜ਼ਿੰਦਗੀ ਦੇ ਨਾਲ ਲੜਦੇ ਰਹਿੰਦੇ ਨੇ। ਅੱਛਾ, ਤੁਹਾਡਾ ਤਜਰਬਾ ਜ਼ਾਹਿਰ ਹੈ ਕਿ ਦੋਨਾਂ ਖਿੱਤਿਆਂ ਦਾ ਹੈ, ਤੁਹਾਡਾ ਤਾਲੁਕ ਜਿਹੜਾ ਹੈ ਉਹ ਪੰਜਾਬ ਦੇ ਨਾਲ ਵੀ ਹੈ, ਤੇ ਤੁਸੀਂ ਇਸ ਵੇਲੇ ਅਮਰੀਕਾ ਦੇ ਵਿੱਚ ਵੀ ਮੌਜੂਦ ਹੋ। ਅਗਰ ਤੁਹਾਨੂੰ ਮੈਂ ਪੁੱਛਾਂ ਕਿ ਇੱਥੇ ਜਿਹੜੇ ਸਾਡੇ ਆਮ ਲੋਕ ਨੇ, ਜਿਹੜੇ ਬਗਲੀ ਪਾ ਕੇ ਕੋਈ ਸਾਜ਼ ਹੱਥ 'ਚ ਫੜ ਕੇ ਜਿਹੜਾ ਗਲੀਆਂ ਦੇ ਵਿੱਚ ਗਾ ਕੇ ਕਿਸੇ ਦੇ ਕੋਲੋਂ ਆਟਾ ਮੰਗ ਲਿਆ, ਕਿਸੇ ਕੋਲ ਰੋਟੀ ਮੰਗ ਲਈ ਉਹਨਾਂ ਨੇ। ਅੱਛਾ, ਯੂਰਪ ਦੇ ਵਿੱਚ ਜਿਹੜਾ ਹੈ ਤੁਸੀਂ ਦੇਖਿਆ ਹੋਣਾ ਕਿ ਉੱਥੇ ਬੜੇ ਇੱਕ ਆਨਰੇਬਲ ਤਰੀਕੇ ਦੇ ਨਾਲ ਇਹ ਕੀਤਾ ਜਾਂਦਾ। ਇਹ ਜ਼ਰਾ ਦੋਵਾਂ ਦਾ ਜਿਹੜਾ ਕੰਪੈਰੀਜ਼ਨ ਹੈ ਇਹ ਥੋੜਾ ਜਿਹਾ ਦੱਸੋ ਸਾਨੂੰ। ਸਾਡੇ ਵੀ ਇੱਥੇ, ਮੈਂ ਸੈਨ ਫਰਾਂਸਿਸਕੋ ਦੇ ਲਾਗੇ ਰਹਿਣਾ। ਸੈਨ ਫਰਾਂਸਿਸਕੋ ਇੱਕ ਬੜਾ ਅਮਰੀਕਾ ਦਾ ਮੰਨਿਆ ਜਾਂਦਾ ਟਾਊਨ ਹੈ, ਜਿਹੜਾ ਸੱਭਿਆਚਾਰਕ ਟਾਊਨ ਹੈ। ਜਦੋਂ ਅਸੀਂ ਉੱਥੇ ਸਭ ਜਾਂਦੇ ਹਾਂ ਆਪਾਂ, ਕਿਉਂਕਿ ਉੱਥੇ ਜ਼ਿਆਦਾਤਰ ਗੱਡੀਆਂ ਬੱਸਾਂ ਨਹੀਂ ਚੱਲਦੀਆਂ, ਲੋਕ ਪੈਦਲ ਚੱਲ ਕੇ ਡਾਊਨਟਾਊਨ 'ਚ ਖੁਸ਼ ਹੁੰਦੇ ਨੇ। ਤਾਂ ਸਜਾਦ ਜੀ, ਉੱਥੇ ਤੁਹਾਨੂੰ ਸੜਕਾਂ ਦੇ ਉੱਤੇ ਲੋਕ, ਕੋਈ ਗਿਟਾਰ ਲੈ ਕੇ ਖੜਾ, ਗਿਟਾਰ ਵਜਾ ਰਿਹਾ ਹੈ,
ਜਾਂ ਕੋਈ ਹੋਰ ਮਿਊਜ਼ੀਕਲ ਇੰਸਟਰੂਮੈਂਟ ਵਜਾਉਂਦੇ ਨੇ, ਮੰਗਦੇ ਨਹੀਂਗੇ ਪਰ ਲੋਕੀ ਉਹਨਾਂ ਨੂੰ ਦਿੰਦੇ ਨੇ, ਪੈਸੇ ਦਿੰਦੇ ਨੇ। ਉਹ ਵੀ ਇੱਕ ਪੈਸੇ ਕਮਾਉਣ ਦਾ ਜ਼ਰੀਆ ਹੁੰਦਾ ਉਹਨਾਂ ਦਾ। ਪਰ ਉਹ ਬੜੇ ਟੈਲੈਂਟਡ ਲੋਕ ਹੁੰਦੇ ਨੇ। ਉਹਨਾਂ ਨੇ ਅੱਗੇ ਮਤਲਬ ਰੱਖਿਆ ਹੁੰਦਾ ਆਪਣਾ ਟੋਪ ਲਾ ਕੇ ਜਾਂ ਕੁਛ ਨਾ ਕੁਛ, ਜਿਹਦੇ 'ਚ ਲੋਕ ਥੋੜ੍ਹੇ ਬਹੁਤੇ ਪੈਸੇ ਪਾਈ ਜਾਂਦੇ ਨੇ। ਉਹਨਾਂ ਦੇ ਵਿੱਚ ਗਾਉਣ ਵਾਲੇ ਵੀ ਹੁੰਦੇ ਨੇ। ਭਾਵੇਂ ਸਾਨੂੰ ਉਹਨਾਂ ਸਵਾਦ ਨਹੀਂ ਆਉਂਦਾ ਜਿੰਨਾ ਪੰਜਾਬੀ ਸੁਣ ਕੇ ਸਾਨੂੰ ਸਵਾਦ ਹੁੰਦਾ, ਪਰ ਇੱਕ ਉਹਦੇ ਵੀ ਇੱਕ ਆਪਣਾ ਲੁਤਫ ਹੈ, ਕਿਉਂਕਿ ਮਿਊਜ਼ਿਕ ਦੀ ਕੋਈ ਜ਼ੁਬਾਨ ਨਹੀਂ ਗਈ ਹੁੰਦੀ। ਜਿਹੜਾ ਸੰਗੀਤ ਹੈ ਨਾ, ਇਹ ਤੁਹਾਡੇ ਦਿਲ ਨੂੰ ਟੁੰਬਦਾ, ਤੁਹਾਡੀ ਰੂਹ ਨੂੰ ਟੱਚ ਕਰਦਾ ਹੈ। ਸੋ ਇਸ ਕਰਕੇ ਉੱਥੇ ਵੀ ਲੋਕ ਬੜੇ ਜਮ੍ਹਾਂ ਹੁੰਦੇ ਨੇ, ਲੋਕ ਸੁਣਦੇ ਨੇ, ਉਹਨਾਂ ਨੂੰ ਖਲੋ ਜਾਂਦੇ ਨੇ। ਤਾਂ ਹੈਗੀ ਇੱਥੇ ਸਟਰੀਟ ਤੇ, ਮਤਲਬ ਤੁਸੀਂ ਬੱਸਾਂ 'ਚ ਜਾਂ ਟ੍ਰੇਨਾਂ 'ਚ ਨਹੀਂ ਦੇਖਦੇ ਇੱਥੇ, ਪਰ ਸਟਰੀਟ ਦੇ ਉੱਤੇ ਖਾਸ ਕਰਕੇ ਜਿਹੜੇ ਟਾਊਨ ਜਿੱਥੇ ਜ਼ਿਆਦਾਤਰ ਆਪਣੇ ਟੂਰਿਸਟ ਹੁੰਦੇ ਨੇ, ਜਿਵੇਂ ਸੈਨ ਫਰਾਂਸਿਸਕੋ ਟੂਰਿਸਟ ਬਹੁਤ ਹੁੰਦੇ ਨੇ, ਤਾਂ ਉੱਥੇ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ, ਆਮ ਦੇਖ ਸਕਦੇ ਹੋ। ਜਿਹੜਾ ਸੈਨ ਫਰਾਂਸਿਸਕੋ ਇੱਕ ਹੋਰ ਗੱਲ ਹੀ ਮਸ਼ਹੂਰ ਸੀ ਪੁਰਾਣੇ ਜ਼ਮਾਨੇ 'ਚ, ਜਿਹੜਾ ਹਿੱਪੀ ਕਲਚਰ ਸੀ ਨਾ, ਉਹ ਬੜਾ ਮਤਲਬ ਸੈਨ ਫਰਾਂਸਿਸਕੋ 'ਚ ਚੱਲਦਾ ਰਿਹਾ। ਇਸ ਕਰਕੇ ਸੈਨ ਫਰਾਂਸਿਸਕੋ 'ਚ ਅੱਜ ਵੀ ਲੋਕੀ ਜਿਹੜੇ ਨੇ ਉਹ ਤੁਹਾਨੂੰ ਸਟਰੀਟ ਤੇ ਬਹੁਤ ਜ਼ਿਆਦਾ ਮਿਲ ਜਾਣਗੇ, ਜਿਹੜੇ ਮਿਊਜ਼ਿਕ ਇੰਸਟਰੂਮੈਂਟ ਵਜਾ ਰਹੇ ਹੋਣਗੇ ਜਾਂ ਗਾ ਰਹੇ ਹੋਣਗੇ। ਵੱਖਰੇ ਵੱਖਰੇ ਉਹਨਾਂ ਦੇ ਹੋਣਗੇ ਢੰਗ ਤਰੀਕੇ, ਪਰ ਅਖੀਰ 'ਚ ਹੈਗੇ ਸਾਰੇ ਸੰਗੀਤਕਾਰ ਹੀ ਨੇ। ਜੀ, ਬਹੁਤ ਮਿਹਰਬਾਨੀ। ਸਾਡੇ ਨਾਲ ਯਸ਼ਪਾਲ ਜੀ ਤੁਸੀਂ ਜੁੜੇ ਰਹਿਣਾ, ਅਸੀਂ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਸਾਂਝੀ ਕਰਦੇ ਰਹਾਂਗੇ। ਤੇ ਤੁਹਾਡੀ ਮੈਂ ਮੁਲਾਕਾਤ ਕਰਵਾ ਰਿਹਾ ਵਾਂ ਇੱਕ ਸਾਡੇ ਸਮਝ ਲਓ ਕਿ ਮੁਲਤਾਨ ਦੇ ਵਿੱਚ ਪਿਛਲੇ ਦਿਨਾਂ ਇਹ ਦੋਸਤ ਨਾਲ ਮੁਲਾਕਾਤ ਹੋਈ, ਤੇ ਇਹਨਾਂ ਦੇ ਨਾਲ ਥੋੜੀ ਜਿਹੀ ਗੱਲਬਾਤ ਅਸੀਂ ਕਰਦੇ ਹਾਂ। ਹਾਂਜੀ, ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਜੀ ਅब्बास अली अंसारी है जी। ਅੱਛਾ, ਤੇ ਅਸੀਂ ਬੇਸਿਕਲੀ ਤੇ ਹੈਗੇ ਹਿੰਦੁਸਤਾਨ ਦੇ, ਮਸਲਨ ਕਿ ਇੰਡੀਆ ਦੇ ਪੰਜਾਬੀ। ਅਸੀਂ, ਸਾਡਾ ਪਿੰਡ ਹੈਗਾ ਪਿੰਡ ਰੱਸੇਵਾਲੀਆਂ ਟੋਟੀਆਂ, ਵਾਹ ਜੀ ਵਾਹ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਤਰਨਤਾਰਨ। ਅੱਛਾ, ਸਾਡੇ 12 ਸਾਲ 16 ਸਾਲ ਦੀ ਉਮਰ ਦੇ ਜਦੋਂ ਉੱਥੋਂ ਹਿਜਰਤ ਕਰਕੇ ਆਏ। ਅੱਛਾ, ਜਦੋਂ ਪਾਕਿਸਤਾਨ ਔਰ ਹਿੰਦੁਸਤਾਨ ਬਣਿਆ, ਤੇ ਇੱਥੇ ਸਾਡਾ ਛੋਟਾ ਮੋਟਾ ਸਾਜੀ ਕੱਪੜੇ ਦਾ ਕਾਰੋਬਾਰ ਹੁੰਦਾ ਸੀ। ਅੱਛਾ, ਹੁਣ ਮੈਂ ਤੇ ਮਜ਼ਦੂਰੀ ਕਰਦਾ, ਕਦੀ ਕਿਤੇ ਕਿਸੇ ਦੀ ਗੱਡੀ ਵਾਸ਼ ਕਰਦੀ, ਕਿਸੇ ਦੇ ਮਤਲਬ ਕੋਈ ਕੋਠੀਆਂ 'ਚ ਕੰਮ ਕਰ ਲਿਆ। ਤੇ ਗੁਜ਼ਾਰਾ ਕਿਵੇਂ ਕਰਦਾ ਜਦੋਂ ਕੋਈ ਹੋ ਜਾਂਦਾ ਗੁਜ਼ਾਰਾ ਇਹਨਾਂ ਚੀਜ਼ਾਂ ਨਾਲ? ਗੁਜ਼ਾਰਾ ਸਾਜੀ ਤੁਹਾਡੇ ਸਾਹਮਣੇ ਜ਼ਿੰਦਗੀ ਜੀਣੀ ਤਾਂ ਹੈ ਨਾ। ਸਹੀ ਹੈ, ਜਿੱਦਾਂ ਵੀ ਗੁਜ਼ਾਰਾ ਹੋਵੇ, ਕੁਛ ਨਾ ਕੋਈ ਕੋਸ਼ਿਸ਼ ਕਰੀਦੀ, ਆਪਣੀ ਹੱਕ ਲਾਲ ਦੀ ਮਿਹਨਤ ਕਰਨੇ ਆ। ਅੱਲਾਹ ਪਾਕ ਪੂਰੀ ਪਾਉਣ ਵਾਲਾ ਹੈ। ਅੱਛਾ, ਤੁਹਾਡੀ ਆਵਾਜ਼ ਜਿਹੜੀ ਹੈ, ਕਦੀ ਇਸ ਤਰ੍ਹਾਂ ਦੇ ਵੀ ਕੋਈ ਲੋਕ ਮਿਲਦੇ ਨੇ ਤੁਹਾਡੀ ਆਵਾਜ਼ ਸੁਣਦੇ ਆ ਔਰ ਉਸ ਤੋਂ ਬਾਅਦ ਕਹਿੰਦੇ ਆ ਜੀ ਕੋਈ ਸੁਣਾਓ ਸਾਨੂੰ, ਔਰ ਕੋਈ ਇਸ ਤਰ੍ਹਾਂ ਦਾ ਫਨ ਦਾ ਕਦਰਦਾਨ ਕਦੀ ਮਿਲਿਆ ਕਿ ਕੋਈ ਘੱਟ ਹੀ ਮਿਲਦਾ? ਸਰ ਜੀ ਬਸ ਮਿਲਦੇ ਆ, ਲੇਕਿਨ ਉਹ ਜਿਸ ਤਰ੍ਹਾਂ ਮਤਲਬ ਕਿਸੇ ਨੂੰ ਅੱਗੇ ਲੈ ਕੇ ਜਾਣਾ, ਏਦਾਂ ਕਿਸੇ ਨੇ ਸ਼ਫਕਤ ਹੱਥ ਨਹੀਂ ਨਾ ਰੱਖਿਆ ਕਿਸੇ ਨੇ, ਕਿਸੇ ਨੂੰ ਕੋਈ ਅੱਗੇ ਮਤਲਬ ਸਿਰਫ ਇੰਨਾ ਕੋਈ 100 ਦੇ ਦੇਗਾ, ਕੋਈ 50 ਦੇ ਦੇਗਾ, ਕੋਈ ਚਾਹ ਪਿਆ ਦੇਗਾ, ਕੋਈ ਪਾਣੀ ਦਾ ਗਲਾਸ ਪਿਆ ਦੇਗਾ, ਕੋਈ ਬੋਤਲ ਦੇ ਪੈਸੇ ਦੇ ਦੇਗਾ। ਇੱਥੋਂ ਅੱਗੇ ਨਹੀਂ ਹੈ। ਸਾਡੇ ਲੋਕਾਂ ਦੇ ਵਿੱਚ ਜ਼ਿਆਦਾ, ਸਾਡੇ ਮੁਲਕ ਦੇ ਵਿੱਚ ਪੈਸਿਆਂ ਦਾ ਬੰਦਾ ਹੀ ਅੱਗੇ ਜਾ ਸਕਦਾ, ਗਰੀਬ ਨੂੰ ਕਿਸੇ ਨੇ ਕੋਈ ਨਹੀਂ ਪੁੱਛਿਆ। ਨਹੀਂ, ਕੀ ਹੁਣ ਤੁਸੀਂ ਤਵੱਕੋ ਕਰਦੇ ਹੋ ਲੋਕਾਂ ਤੋਂ? ਅਸੀਂ ਤਵੱਕੋ ਕਰਦੇ ਹਾਂ ਜੀ, ਅੱਲਾਹ ਖੈਰ ਕਰੇ। ਅਗਰ ਸਾਡੀ ਕੋਈ ਆਵਾਜ਼ ਸੁਣੇਗਾ, ਕੋਈ ਲਾਇਕ ਕਰੇਗਾ, ਤੇ ਅੱਲਾਹ ਕਰੇਗਾ ਸਾਡਾ ਕੋਈ ਮੁਕੱਦਰ ਬਦਲ ਜਾਏਗਾ। ਨਹੀਂ ਤੇ ਆਪਣਾ ਹੁਣ ਤਾਂ YouTube ਦਾ ਜ਼ਮਾਨਾ ਵਾ, ਚੈਨਲਾਂ ਦਾ ਜ਼ਮਾਨਾ ਵਾ। ਤੁਸੀਂ ਆਪਣੀ ਆਵਾਜ਼ ਜਿਹੜੀ ਹੈ ਉਹਨੂੰ ਰਿਕਾਰਡ ਕਰਕੇ ਤੇ YouTube ਚੈਨਲ ਜਿਹੜਾ, ਉਹਦੇ ਤੇ ਬਹੁਤ ਲੋਕ ਜਿਹੜੇ ਸੁਣ। ਸਰ ਜੀ ਸਾਨੂੰ ਜਾਇਜ਼ ਹੀ ਨਹੀਂ ਹੈ, YouTube ਹੁੰਦੀ ਕਿੱਦਾਂ ਦੀ ਹੈ। ਅੱਛਾ, ਸਰ 500 ਰੁਪਏ ਦਾ 700 ਰੁਪਏ ਦਾ ਮੋਬਾਈਲ ਹੈ ਜੀ ਚੈਨਲ ਦਾ, ਆਪਣੇ ਘਰ ਰਾਬਤਾ ਕਰਨ ਵਾਸਤੇ ਬੱਚਿਆਂ ਨੂੰ। ਤੇ ਅੱਛਾ, ਗੁਰਬਤ ਦੇ ਮਾਰੇ ਹੋਏ ਆ। ਬਸ ਅੱਲਾਹ ਪਾਕ ਨੇ ਆਵਾਜ਼ ਅੱਛੀ ਦਿੱਤੀ ਸੀ, ਬਚਪਨ ਦਾ ਸ਼ੌਕ ਸੀ। ਸਕੂਲਾਂ ਵਿੱਚ ਦੁਆਵਾਂ ਪੜ੍ਹਾਉਂਦੇ ਰਹੇ ਆ, ਬਸ ਮੇਰਾ ਤਾਂ ਸ਼ਰੀਕ ਹੁੰਦੇ ਰਹੇ ਆ। ਐਸਾ ਐਸਾ ਜ਼ੋਕ ਸ਼ੌਕ ਵੱਧਦਾ ਰਿਹਾ, ਤੇ ਬਸ ਏਕਾਂ ਲਾਉਂਦੇ ਰਹੇ, ਐਡੇ ਹੋ ਗਏ ਜੀ। ਬੜੀ ਕੋਸ਼ਿਸ਼ ਕੀਤੀ ਕਿਸੇ ਰੇਡੀਓ ਤੇ, ਕਿਸੇ ਟੀਵੀ ਤੇ ਜਾਣ ਦੀ, ਕਈ ਸਾਲ ਚੱਕਰ ਲਾਉਂਦੇ ਨੇ। ਸਾਨੂੰ ਤੇ ਕੋਈ ਟੀਵੀ ਤੇ ਰੇਡੀਓ ਦੇ ਬੂਹੇ ਅੱਗੇ ਨਹੀਂ ਖੜਾ ਹੋਣ ਦਿੰਦਾ। ਸਹੀ ਗੱਲ, ਸਹੀ। ਇਹ ਤੁਸੀਂ ਦੇਖਿਆ ਕਿ ਅब्बास अली ਨੇ ਆਪਣੀ ਬਿਪਤਾ ਜਿਹੜੀ ਹੈ ਸਾਡੇ ਸਾਹਮਣੇ ਦੱਸੀ ਹੈ। ਇਹ ਸਾਡੇ ਸਮਾਜ ਦਾ ਇੱਕ अब्बास अली ਨਹੀਂ ਦਾ, ਇਸ ਤਰ੍ਹਾਂ ਦੇ ਕਈ अब्बास अली ਨੇ ਜਿਹੜੇ ਆਪਣੇ ਫਨ ਔਰ ਹੁਨਰ ਨੂੰ ਆਪਣੇ ਗਲੇ ਦੇ ਵਿੱਚ ਲਈ ਤੇ ਫਿਰਦੇ ਨੇ, ਲੇਕਿਨ ਇਹਨਾਂ ਨੂੰ ਕੋਈ ਕਦਰਦਾਨ ਨਹੀਂ ਮਿਲਦਾ। ਤੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਛੋਟੇ ਤੋਂ ਛੋਟਾ ਫਨ ਜਿਹੜਾ ਹੈ
ਉਹ ਵੀ ਸਾਡੀ ਸਮਝ ਲਓ ਅਗਰ ਅਸੀਂ ਉਹਦੀ ਕਦਰ ਕਰਾਂਗੇ ਤੇ ਹਿੱਸਾ ਹੀ ਹੈ ਉਹ ਅੱਗੇ ਵੱਧਦੀਆਂ ਚੀਜ਼ਾਂ। ਜਿਸ ਵੇਲੇ ਅੱਗੇ ਵੱਧਦੀਆਂ ਵਾ ਉਸ ਵੇਲੇ ਫਿਰ ਆਉਣ ਵਾਲੇ ਵਕਤਾਂ ਦੇ ਵਿੱਚ ਕਿਸੇ ਵੀ ਇਲਾਕੇ ਜਾਂ ਸਮਾਜ ਦੀ ਜਿਹੜੀ ਹੈ ਉਹ ਸ਼ਨਾਖਤ ਜਿਹੜੀ ਹੈ ਬਣ ਜਾਂਦੀ ਹੈ। ਤੇ ਸਾਡੇ ਨਾਲ ਅਮੀਨ ਚੌਹਾਨ ਸਾਹਿਬ ਵੀ ਜੁੜੇ ਹੋਏ ਨੇ ਜੀ। अस्सलाम वालेकुम जी। वालेकुम सलाम सर। हाँ जी, ਤੁਹਾਡੀ आवाज ਜਿਹੜੀ ਹੈ ਕੋਈ ਸਹੀ ਨਹੀਂ ਆ ਰਹੀ ਜ਼ਰਾ ਮੇਰਾ ਖਿਆਲ ਹੈ ਡਿਵਾਈਸ ਜਿਹੜੀ ਤੁਹਾਡੀ ਡਬਲ ਚੱਲ ਰਹੀ ਹੈ ਮੇਰਾ ਖਿਆਲ ਉਹ ਲਿੰਕ ਜਿਹੜਾ ਉਹਦਾ ਚਲਾ ਗਿਆ ਜੀ। ਜੀ ਇੱਕ ਗੱਲ ਮੈਨੂੰ ਚੰਗੀ ਨਹੀਂ ਗੀ ਲੱਗੀ ਕਿ ਜੀ ਕਹਿ ਰਹੇ ਹੋ ਕਿ ਇਹਨਾਂ ਦੀ ਆਵਾਜ਼ ਬੜੀ ਚੰਗੀ ਹੈ, ਤੁਸੀਂ ਸੁਣੀ ਹੋਏਗੀ, ਖੈਰ ਤਾਂ ਹੀ ਤੁਸੀਂ ਕਹਿ ਰਹੇ ਹੋ। ਮੈਨੂੰ ਇੱਕ ਪਾਕਿਸਤਾਨ ਦੀ ਘਟਨਾ ਯਾਦ ਆ ਰਹੀ ਹੈ, 2 ਸਾਲ ਪਹਿਲਾਂ ਦੀ ਸ਼ਾਇਦ ਘਟਨਾ ਸੀ। ਇਹ ਕੋਈ ਮੁੰਡਾ ਚਾਹ ਬਣਾਉਂਦਾ ਸੀ ਸੜਕ ਤੇ, ਨਾਲ ਉਹਦਾ ਢਾਬਾ ਸੀ, ਤਾਂ ਬਾਅਦ ਚੋਂ ਬੜਾ ਮਸ਼ਹੂਰ ਹੋਇਆ ਪਾਕਿਸਤਾਨ ਦੇ ਵਿੱਚ। ਮੁੰਡੇ ਦੀਆਂ ਅੱਖਾਂ ਬੜੀਆਂ ਹਰੀਆਂ ਹਰੀਆਂ ਸਨ, ਮੈਨੂੰ ਹੁਣ ਵੀ ਯਾਦ। ਮੁੰਡਾ ਸੁਨੱਖਾ ਸੀ ਬੜਾ। ਉਹ ਬਾਅਦ ਚ ਮਾਡਲ ਵੀ ਬਣ ਗਿਆ YouTube ਦੇ ਜ਼ਰੀਏ। ਕੋਈ ਬੰਦਾ ਚਾਹ ਪੀਣ ਲਈ ਰੁਕਿਆ, ਉਹਨੇ ਰਿਕਾਰਡ ਕਰਕੇ ਫੋਟੋ ਪਾਤੀਆਂ ਕਿਤੇ। ਤਾਂ ਉਹ ਤੁਹਾਨੂੰ ਯਾਦ ਹੈ ਮੈਂ ਕੀ ਕਹਿ ਰਿਹਾ? ਜੀ ਜੀ ਬਿਲਕੁਲ ਬਿਲਕੁਲ, ਮੈਨੂੰ ਤੁਹਾਡੀ ਸਮਝ ਆ ਰਹੀ। ਸਹੀ ਐਵੇਂ ਹੀ ਹੋਇਆ ਸੀ। ਇਹਨਾਂ ਨੂੰ ਅੱਜ ਤੱਕ ਕੋਈ ਇਹੋ ਜਿਹਾ ਬੰਦਾ ਨਹੀਂ ਮਿਲਿਆ ਪਾਕਿਸਤਾਨ ਚ ਜਿੰਨਾ ਰਿਕਾਰਡ ਕਰਕੇ ਕੋਈ ਹੋਰ ਹੀ ਬੰਦਾ ਪਾ ਦਿੰਦਾ ਹੁਣ ਤੱਕ, ਰਾਈਟ? ਸੋ ਸ਼ਾਇਦ ਮੇਰਾ ਜੀ ਜੀ ਮੈਂ ਇਹੀ ਹੁਣ ਸਾਡੀ ਸ਼ਾਇਦ ਇਹ ਜਿਹੜਾ YouTube ਇਹ ਸਾਡਾ ਚੈਨਲ ਜਿਹੜਾ ਸਾਂਝੀ ਸਾਥ ਹੈ ਖੈਰ ਅੱਜ ਤੋਂ ਬਾਅਦ ਨਹੀਂ ਪੈਣੀ ਲੋੜ ਚਾਹੀਦੀ ਇਹਨਾਂ ਨੂੰ, ਕਿਉਂਕਿ ਅੱਜ ਤੋਂ ਬਾਅਦ ਉਹ ਬੜੇ ਥਾਵਾਂ ਤੇ ਪਹੁੰਚ ਜਾਣਾ ਸ਼ਾਮ ਤੱਕ ਇਹਨਾਂ ਨੇ। ਸੋ ਤੇ ਗੱਲਬਾਤ ਹੁਣ ਅੱਜ ਕੋਈ ਆਵਾਜ਼ ਦੇ ਕੋਲੋਂ ਅਸੀਂ ਸੁਣੀਏ ਤਾਂ ਕਿ ਸਾਰਿਆਂ ਨੂੰ ਜਿਹੜਾ ਪਤਾ ਲੱਗਿਆ ਇਹਨਾਂ ਦੇ ਬਣਦਾ। ਸੁਣੀਏ ਬਿਲਕੁਲ ਜੀ ਕੀ ਸੁਣਾ ਰਹੇ ਹੋ ਜੀ? ਸਰ ਜੀ ਅਸੀਂ ਪੰਜਾਬੀ ਦਾ ਇਸ਼ਕ ਦਾ ਕਲਾਮ ਸੁਣਾ ਰਹੇ ਹਾਂ ਜੀ। ਸਿੱਧਾ ਸੁਣਾਓ ਪੂਰੀ ਆਵਾਜ਼। हो कमले ते दीवाने सजना बह गए मल के कमले ते दीवाने सजना बह गए मल के रब करे ना होन किसे दे सजन बे परवाह रब करे ना होन किसे दे सजन बे परवाह कमले ते दीवाने सजना बह गए मल के रब करे ना होन किसे दे सजन बे परवाह तेरा कोई दोस्त ना सजना वरत गया तकदीरा ने तेरा कोई दोष ना सजना वरत गया तकदीरा ने ऐसे लई तेरा जिया कोलों विछड़ गया कई हीरा ने ऐसे लई तेरा जिया कोलों विछड़ गया कई हीरा ने विछड़ गया कई हीरा ने प्यार दी खातिर आशिक यारो प्यार दी खातिर आशिक यारो लेंदे कन पड़वा प्यार दी खातिर आशिक यारो लेंदे कन पड़वा रब करे ना होन किसे दे सजन बे परवाह रब करे ना होन किसे दे सजन बे परवाह कमले दे दीवाने टुर गए जे जग छड़ के सजना फिर बड़ा पछतावेगा गैर जदों टकराउण गए तेनू किसनू मीत बनावेगा टुर गए जे जग छड़ के सजना फिर बड़ा पछतावेगा गैर जदों टकराउण गए तेनू किसनू मीत बनावेगा किसनू मीत बनावेगा असां ते तरसे दीद तेरी नू सजना मुख विखा
ਅਸਾਂ ਤੇ ਤਰਸੇ ਦੀਦ ਤੇਰੀ ਨੂੰ ਸਜਣਾ ਮੁਖ ਵਿਖਾ ਰੱਬ ਕਰੇ ਨਾ ਹੋਣ ਕਿਸੇ ਦੇ ਸਜਣ ਬੇ ਪਰਵਾਹ ਕਮਲੇ ਤੇ ਦੀਵਾਨੇ ਸਜਣਾ ਬਹਿ ਗਏ ਮਲ ਕੇ ਰਾਹ ਰੱਬ ਕਰੇ ਨਾ ਹੋਣ ਕਿਸੇ ਦੇ ਸਜਣ ਬੇ ਪਰਵਾਹ ਰੱਬ ਕਰੇ ਨਾ ਹੋਣ ਕਿਸੇ ਦੇ ਸਜਣ ਬੇ ਪਰਵਾਹ ਕੀਤਾ ਸੀ ਤੂੰ ਆਉਣ ਦਾ ਵਾਦਾ ਮੁੜ ਕੇ ਸਜਣਾ ਆਇਆ ਨਹੀਂ ਭੁੱਲ ਗਏ ਤੈਨੂੰ ਵਾਦੇ ਸਾਰੇ ਅਸਾਂ ਤੇ ਪਿਆਰ ਭੁਲਾਇਆ ਨਹੀਂ ਕੀਤਾ ਸੀ ਤੂੰ ਆਉਣ ਦਾ ਵਾਦਾ ਮੁੜ ਕੇ ਸਜਣਾ ਆਇਆ ਨਹੀਂ ਭੁੱਲ ਗਏ ਤੈਨੂੰ ਵਾਦੇ ਸਾਰੇ ਅਸਾਂ ਤੇ ਪਿਆਰ ਭੁਲਾਇਆ ਨਹੀਂ ਅਸਾਂ ਤੇ ਪਿਆਰ ਭੁਲਾਇਆ ਨਹੀਂ ਅਸਾਂ ਤੇ ਤਰਸੇ ਦੀਦ ਤੇਰੀ ਨੂੰ ਸਜਣਾ ਮੁਖ ਵਿਖਾ ਰੱਬ ਕਰੇ ਨਾ ਹੋਣ ਕਿਸੇ ਦੇ ਸਜਣ ਬੇ ਪਰ वाह जी वाह वाह वासली क्या बात है जी बहुत 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 ਵਧੀਆ ਬਹੁਤ ਵਧੀਆ ਯਸ਼ਪਾਲ ਜੀ ਤੁਸੀਂ ਦੇਖਿਆ ਕਿ ਦੇਖੋ ਕਿੰਨੀ ਸੋਹਣੀ ਆਵਾਜ਼ ਹੈ ਤੇ ਇਹੋ ਜਿਹਾ ਟੈਲੈਂਟ ਜਿਹੜਾ ਹੈ ਕਿਵੇਂ ਰੁਲ ਰਿਹਾ ਹਾਂਜੀ ਬਿਨਾਂ ਕਿਸੇ ਮਿਊਜ਼ਿਕ ਤੋਂ ਗਾਣਾ ਪਹਿਲੀ ਗੱਲ ਉਹ ਵੀ ਇੰਨਾ ਤਰਨਮ ਦੇ ਵਿੱਚ ਬੜੀ ਮਖਮਲੀ ਤੁਹਾਡੀ ਆਵਾਜ਼ ਹੈ ਰੀਅਲੀ ਬੜਾ ਅਫਸੋਸ ਹੋ ਰਿਹਾ ਕਿ ਅਜੇ ਤੱਕ ਤੁਸੀਂ ਕਿਸੇ ਤਨ ਪੱਤਰ ਨਹੀਂ ਲੱਗੇ ਹੁਣ ਤੱਕ ਸਟਾਰ ਹੋਣੇ ਚਾਹੀਦੇ ਸੋ ਦੁਖਦਾਇਕ ਹੈ ਜੀ ਡਾਕਟਰ ਸ਼ਫੀਕ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ ਜੀ ਡਾਕਟਰ ਸਾਹਿਬ ਆਵਾਜ਼ ਕਿਵੇਂ ਲੱਗੀ ਤੁਹਾਨੂੰ ਨੌਜਵਾਨ ਦੀ ਜੀ ਡਾਕਟਰ ਸਾਹਿਬ ਡਾਕਟਰ ਸ਼ਫੀਕ ਸਾਹਿਬ ਆਵਾਜ਼ ਆ ਰਹੀ ਹੈ ਮੇਰੀ ਡਾਕਟਰ ਸ਼ਫੀਕ ਸਾਹਿਬ ਸਾਨੂੰ ਸੁਣ ਰਹੇ ਨੇ ਜੀ ਮੇਰਾ ਖਿਆਲ ਉਹਨਾਂ ਦਾ ਮਾਈਕ ਜਿਹੜਾ ਜਾਂ ਕਨੈਕਟ ਨਹੀਂ ਹੋ ਰਿਹਾ ਜੀ ਯਸ਼ਪਾਲ ਜੀ ਤੁਸੀਂ ਮੇਰਾ ਖਿਆਲ ਇਹਨਾਂ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਤੁਹਾਨੂੰ ਆਪਾਂ ਨੂੰ ਪੰਜਾਬੀ ਲਹਿਰ ਵੱਲੋਂ ਇਹਨਾਂ ਨੂੰ ਰਿਕਾਰਡ ਕਰਕੇ ਮਿਊਜ਼ਿਕ ਨਾਲ ਪਾਓ ਤਾਂ ਜੋ ਅਸੀਂ ਸਾਰੇ ਸ਼ੇਅਰ ਕਰੀਏ ਤੇ ਅੱਗੇ ਦੇ ਅੱਗੇ ਵਧਣ ਦੋਵਾਂ ਪੰਜਾਬਾਂ 'ਚ ਇਹਨਾਂ ਦਾ ਨਾਂ ਹੋਵੇ ਬਿਲਕੁਲ ਜੀ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਇਹੋ ਜਿਹੇ ਫਨ ਰੱਖਣ ਵਾਲੇ ਨੇ ਸਾਡਾ ਫਰਜ਼ ਬਣਦਾ ਹੈ ਔਰ ਇਹੋ ਜਿਹੇ ਲੋਕ ਨੇ ਅੱਛਾ ਤੁਸੀਂ ਦੇਖਿਆ ਹੋਣਾ ਕਿ ਜੀ ਵੱਲੋਂ ਇੱਕ ਚੀਜ਼ ਐਡ ਕਰੂੰਗਾ ਸਜਾਦ ਕਿਉਂਕਿ ਮੇਰਾ ਟਾਈਮ ਹੁੰਦਾ ਜਾ ਰਿਹਾ ਇਹਨਾਂ ਨੂੰ ਕਹੋ ਕਿ ਥੋੜਾ ਜਿਹਾ ਲੋਕ ਗੀਤਾਂ ਵੱਲ ਧਿਆਨ ਦੇਣ ਇਹਨਾਂ ਦੀ ਆਵਾਜ਼ ਬਹੁਤ ਹੀ ਫਿੱਟ ਹੋਏਗੀ ਲੋਕ ਗੀਤ ਗਾਉਣ 'ਚ ਮਿਊਜ਼ਿਕ ਦੇ ਨਾਲ ਖਾਸ ਕਰਕੇ ਕਿਉਂਕਿ ਇਹਨਾਂ ਦੀ ਜਿਹੜੀ ਪਿੱਚ ਹੈ ਉਹ ਕਾਫੀ ਉੱਚੀ ਹੈ ਸੋ ਮੇਰੇ ਖਿਆਲ 'ਚ ਜੇ ਲੋਕ ਗੀਤ ਗਾਉਣ ਥੋੜੀ ਜਿਹੀ ਰਿਆਜ਼ ਕਰਕੇ ਤਾਂ ਬਹੁਤ ਅੱਗੇ ਤੱਕ ਜਾ ਸਕਦੇ ਨੇ ਸਦੀਵੀ ਗਾਇਕ ਬਣ ਅੱਛਾ ਜੀ ਮੇਰੇ ਵੱਲੋਂ ਮੈਨੂੰ ਦੱਸ ਦਿਓ ਫਿਰ ਆਪਾਂ ਮਿਲਾਂਗੇ ਅਗਲੇ ਸੰਡੇ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਥੈਂਕ ਯੂ ਜੀ ਯਸ਼ਪਾਲ ਸਾਹਿਬ ਦਾ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਇਹਨਾਂ ਦਾ ਕਿ ਸਾਡੇ ਨਾਲ ਜੁੜੇ ਔਰ ਜੀ ਯੂਸਫ ਸਾਹਿਬ ਕੀ ਹਾਲ ਹੈ ਠੀਕ ਹੋ अस्सलाम वालेकुम जी सत श्री अकाल साਰਿਆਂ ਨੂੰ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਆਵਾਜ਼ ਕਿਵੇਂ ਲੱਗੀ ਤੁਹਾਨੂੰ ਮੈਂ ਕਹਿੰਦਾ ਜੀ ਕੀ ਬਾਤ ਹੈ ਜੀ ਕੀ ਬਾਤ ਅੱਛਾ ਬਹੁਤ ਅੱਛਾ ਹਾਂਜੀ ਵਧੀਆ ਆਵਾਜ਼ ਹੈ ਜੀ ਜਿਵੇਂ ਯਸ਼ਪਾਲ ਭਾਈ ਨੇ ਕਿਹਾ ਵਾ ਕਿ ਉਹ ਜੀ ਉਹ ਆਪਣਾ ਲੋਕ ਗੀਤ ਗਾਣ ਜਿਸ ਤਰ੍ਹਾਂ ਆਲਮ ਨਵਾਜ਼ ਦੇ ਹੋਵੇ ਠੀਕ ਹੈ ਜੀ ਇਸ ਤਰ੍ਹਾਂ ਜਿਸ ਤਰ੍ਹਾਂ ਮਸਲਨ ਭੱਟੀ ਸਾਹਿਬ ਨੇ ਨੈਲਸਨ ਭੱਟੀ ਸਾਹਿਬ ਦੇ ਉਹਨਾਂ ਦੀ ਬੜੀ ਪਿੱਚ ਸੀ ਨੈਲਸਨ ਭੱਟੀ ਸਾਹਿਬ ਦੀ ਉਹਨਾਂ ਦੇ ਗੀਤ ਵੀ ਗਾ ਕੇ ਦੇਖਣ ਤੇ ਬੜਾ ਆਵਾਜ਼ ਜ਼ਬਰਦਸਤ ਹੈ ਇਹਨਾਂ ਦੀ ਜੀ ਨਾਜ਼ਰ ਸਾਹਿਬ ਨੂੰ ਥੋੜਾ ਰਿਕੁਐਸਟ ਹੈ ਕਿ ਇਹਨਾਂ ਨੂੰ ਥੋੜਾ ਚੱਕ ਕੇ ਰੱਖਣਾ ਕੰਮ ਇਹਨਾਂ ਦਾ ਨਹੀਂ ਇਹ ਹੁਣ ਇਹ ਸਾਡੀ ਸਾਂਝੀ ਸੰਸਥਾ ਦਾ ਜਿਹੜਾ ਪ੍ਰੋਗਰਾਮ ਹੈ ਇਹ ਸਾਡੇ ਨਾਲ ਨੌਜਵਾਨ ਹੋਇਆ ਕਰੇਗਾ ਔਰ ਆਪਣੀਆਂ ਜਿਹੜੀਆਂ ਪੇਸ਼ ਕਰੇਗਾ ਇਹਦੇ ਕੋਲ ਬੜਾ ਖਜ਼ਾਨਾ ਹੈ ਬਹੁਤ ਹੈ ਤੇ ਇਹਨੂੰ ਇਸ ਵੇਲੇ ਮੈਂ ਸੁਣਿਆ ਤੇ ਬੜਾ ਚੰਗਾ ਲੱਗਾ ਮੇਰਾ ਦਿਲ ਕੀਤਾ ਕਿ ਮੈਂ ਲਹਿੰਦੇ ਚੜ੍ਹਦੇ ਪੰਜਾਬ ਦੇ ਜਿੰਨੇ ਵੀ ਪੰਜਾਬੀ ਬੋਲਣ ਵਾਲੇ ਲੋਕ ਨੇ ਉਹਨਾਂ ਨੂੰ ਇਹ ਆਵਾਜ਼ ਜਿਹੜੀ ਹੈ ਸੁਣਾਈ ਜਾਵੇ ਸਾਡੇ ਦੁਨੀਆ ਦੇ ਉੱਤੇ ਜਿੰਨੇ ਵੀ ਨੇ ਯਸ਼ਪਾਲ ਸਾਹਿਬ ਨੇ ਬੜੀ ਤਾਰੀਫ ਕੀਤੀ ਅਮਰੀਕਾ ਦੇ ਵਿੱਚ ਮੌਜੂਦ ਨੇ ਉਹ
ਤੁਸੀਂ ਫੈਸਲਾਬਾਦ ਦੇ ਵਿੱਚ ਮੌਜੂਦ ਹੋ, ਤੁਸੀਂ ਵੀ ਇਹਨਾਂ ਦੀ ਅਬੂ ਬੜੀ ਧਾਬੀ ਤਾਰੀਫ। ਮੌਜੂਦ ਆ ਜੀ, ਅਬੂ ਧਾਬੀ। ਹਾਂ, ਸਾਡੇ ਵਾਸਤੇ ਤੇ ਤੁਸੀਂ ਜਨਾਬ ਖੈਰਪੁਰ ਹੀ ਹੋ, ਫੈਸਲਾਬਾਦ ਹੀ ਹੋ। ਹਾਂਜੀ ਹਾਂਜੀ, ਤੁਹਾਡਾ ਬਿਲਕੁਲ ਬਿਲकुल, ਹਾਂਜੀ ਹਾਂਜੀ ਹਾਂਜੀ। ਹੋਰ ਸੁਣਾਓ, ਤੁਹਾਡੀ ਸਿਹਤ ਤਬੀਅਤ ਠੀਕ ਰਹਿੰਦੀ ਹੈ? ਅਲਹਮਦੁਲਿਲਾ ਜੀ, ਠੀਕ ਆ ਹੁਣ, ਅੱਲਾ ਦਾ ਸ਼ੁਕਰ ਹੈ ਜੀ ਜੀ, ਬਿਲकुल ਚਲੋ, ਠੀਕ ਸਭ ਹਾਂ, ਕੁਛ। ਸਾਡੇ ਨਾਲ ਜੁੜੇ ਰਿਹਾ ਜੀ ਤੁਸੀਂ, ਹਾਂਜੀ, ਤੇ ਨਾਲ ਹੀ ਜੁੜੇ ਆ ਜੀ ਅਸੀਂ ਇਨਸ਼ਾਅੱਲਾ। ਬੇਨਤੀ ਕਰਦੇ ਹਾਂ ਬਾਸ ਨੂੰ ਕਿ ਸਾਨੂੰ ਕੁਝ ਹੋਰ ਵੀ ਇਹ ਸੁਣਾਉਣ, ਤੇ ਇਹ ਪ੍ਰੋਗਰਾਮ ਅੱਜ ਦਾ ਜਿਹੜਾ ਇਹਨਾਂ ਦੇ ਨਾਂ ਹੈ, ਤੇ ਇਹ ਜ਼ਰੂਰ ਸਾਨੂੰ ਚੀਜ਼ਾਂ ਸੁਣਾਉਂਦੇ ਰਹਿੰਦੇ ਜੀ। ਬਾਸ ਜੀ, ਕੋਈ ਸੁਣਾਓ ਆਪਣੀ ਮਨ ਦੀ ਪਸੰਦ। होए एडे सख्त से सलीम मेरे के मैं ठोकरा थी पामाद हुंदा, पुरजे पुरजे कर छड़ दे लोग मैनू, जुदा जुदा मेरा बाद बाद हुंदा। पत्थर बरस दे वांग मनसूर मैनू, गिरेबान दमन मेरा लाल हुंदा, जेना रब दी जात करीम होंदी, करम वे खुदों की तेरा हाल हुंदा। ते उन्ना तिक सिरा ते खौफ हनेरियां चुलियां रहणगियां, इंसानां नू जद तक अपनियां कदरां भुलियां रहणगियां, उन्ना तिक सिरा ते खौफ हनेरियां चुलियां रहणगियां। ते एक पासे बेवत्ता पानी सड़का रोड ले जावेगा, एक पासे बेवत्ता पानी सड़का रोड ले जावेगा, एक पासे सुख नहरा दे मुंह तक दियां पुलियां रहणगियां, नातिक सिरा ते खौफ हनेरियां चुलियां रहणगियां। ते सोरे घर विच किवें बनेगी सूरत रऊफ वसेडे दी, भई सोरे घर विच किवें बनेगी सूरत रऊफ वसेडे दी, पेकियां दे करजे ना कुड़ियां रुलियां फुलियां रहणगियां, उन्ना तिक सिरां ते खौफ हनेरियां चुलियां रहणगियां। बेइश्क समंदर तर दे उमर गुजार लई, प्यार च हर दे उमर गुजार लई, इश्क समंदर तर दे उमर गुजार लई, ते ओदी सांझ ते फिर भी रही है गैरां नाल, बई ओदी सांझ ते फिर भी रही है गैरां नाल, ओदी सांझ ते फिर भी रही है गैरां नाल, जिसदा पानी भर दे उमर गुजार लई, बई आया ना आया राम नू माणिया जख्मां नू, आया ना आया राम नू माणे जख्मां नू, मरहम भर दे उमर गुजार लई, इश्क समंदर तर दे उमर गुजार लई, बई लोकां नू पढ़ाउंदे रहिया मंदिर ते, लोकां नू पढ़ाउंदे रहिया मंदिर ते, अपनी विच सफर दे उमर गुजार लई, ते रह के कखां दी कुल्ली विच असां मलूक, बई रह के कखां दी कुल्ली विच असां मलूक, पाले ठर दे उमर गुजार लई,
ਜੀਵਨ ਬਾਜ਼ੀ ਹਰ ਦੇ ਉਮਰ ਗੁਜ਼ਾਰ ਲਈ ਇਸ਼ਕ ਸਮੁੰਦਰ ਤਰ ਦੇ ਉਮਰ ਗੁਜ਼ਾਰ ਲਈ। ਵਾਹ ਜੀ ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ। ਬਹੁਤ ਆਲਾ, ਬਹੁਤ ਆਲਾ, ਬਹੁਤ ਆਲਾ, ਬਹੁਤ ਹੀ ਆਲਾ। ਕਿ ਸਾਡੇ ਨਾਲ ਅਕਰਮ ਸਾਹਿਬ ਵੀ ਜੁੜੇ ਹੋਏ ਨੇ, ਸ਼ਾਇਦ ਅਗਰ ਮੈਨੂੰ ਨਜ਼ਰ ਨਹੀਂ ਆ ਰਹੇ, ਤਲਵੰਡੀ ਸਾਹਿਬ ਵੀ ਮੌਜੂਦ ਨੇ ਜੀ। ਅਕਰਮ ਸਾਹਿਬ ਜੀ, ਅਲੀ ਅब्बास ਨੂੰ ਸੁਣਿਆ ਜੀ, ਬਹੁਤ ਜੀ ਅੱਛਾ ਜੀ ਲੱਗਾ ਜੀ। ਤੇ ਜੀ ਜੀ ਯਕੀਨਨ ਤੁਹਾਡੀ ਜਿਹੜੀ ਗੱਲ ਸੀ ਕਿ ਇਹ ਹੀਰੇ ਜਿਹੜੇ ਆ ਰੁਲ ਗਏ, ਜਿਨ੍ਹਾਂ ਦਾ ਕੋਈ ਤਾਰਫ ਨਹੀਂ ਹੋ ਸਕਿਆ, ਕਿਸੇ ਨੂੰ ਪਹਿਚਾਣ ਨਹੀਂ ਹੋ ਸਕੀ, ਇਹ ਵਾਕਈ ਤੁਹਾਡੀ ਗੱਲ ਅਲੀ ਅब्बास ਨੇ ਸਹੀ ਸਾਬਤ ਕਰ ਦਿੱਤੀ ਹੈ। ਤੇ ਅਲੀ ਅब्बास ਨੂੰ ਬਿਲਕੁਲ ਦੇਖ ਕੇ ਮੈਨੂੰ ਯਾਦ ਇਸ ਵਾਸਤੇ ਆਇਆ ਕਿ ਮੈਂ ਜਿਹੜਾ ਜਿਸ ਬੰਦੇ ਦਾ ਜ਼ਿਕਰ ਕਰਨ ਵਾਸਤੇ ਕਾਲ ਮਿਲਾਈ ਹੈ ਨਾ ਜੀ, ਉਹ ਇਹ ਕਿ ਮੈਂ ਆਪਣੇ ਮੁਹੱਲੇ 'ਚ ਆਪਣੀ ਗਲੀ 'ਚ ਜਿਹੜੇ ਨਾਈ ਕੋਲੋਂ ਹਜਾਮਤ ਕਰਾਉਣਾ ਨਾ ਜੀ, ਜੀ ਮੈਂ ਜੀ ਉਹਨੂੰ ਬਹੁਤ ਅੱਛਾ ਗੁਲੂਕਾਰ ਪਾਇਆ ਜੀ। ਲੇਕਿਨ ਉਸ ਗਰੀਬ ਨੇ ਹਜਾਮਤਾਂ ਕਰਕੇ ਉਮਰ ਗੁਜ਼ਾਰੀ ਆ, ਉਹਨੂੰ ਕੋਈ ਪਹਿਚਾਣ ਨਹੀਂ ਸਕਿਆ ਅੱਜ ਤਾਈਂ ਜੀ। ਜੀ ਜੀ ਤੇ ਨਾ ਉਹਨੂੰ ਕੋਈ ਇੰਟਰੋਡਿਊਸ ਕਰਾ ਸਕਿਆ। ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਲੋਕ ਹੋਣਗੇ। ਤੇ ਦੋ ਮਿਸਾਲਾਂ, ਇੱਕ ਮਿਸਾਲ ਤੁਸੀਂ ਦੇ ਦਿੱਤੀ, ਇੱਕ ਮੈਂ ਦੇ ਦਿੱਤੀ। ਤੇ ਇਸ ਤੋਂ ਪਹਿਲਾਂ ਜਿਹੜੇ ਸਟਰੀਟ ਸੌਂਗ ਦਾ ਜਿਹੜਾ ਅੱਜ ਦਾ ਤੁਸੀਂ ਵਿਸ਼ੇ ਰੱਖਿਆ ਸੀ ਨਾ ਜੀ, ਸਟਰੀਟ ਸੌਂਗ ਦੇ ਬਾਰੇ 'ਚ ਮੈਂ ਇਹ ਗੱਲ ਕਰਨੀ ਸੀ ਕਿ ਮੌਸੀਕੀ ਦੀ ਇਬਤਦਾ ਜਿਹੜੀ ਹੈ ਸੀ, ਯਾਨੀ ਕਿ ਲੋਕਾਂ ਤੋਂ ਪਹੁੰਚਣ ਦਾ ਪਹਿਲਾ ਜਿਹੜਾ ਜ਼ਰੀਆ ਸੀ ਉਹ ਸਟਰੀਟ ਸੌਂਗ ਹੀ ਸੀਗਾ। ਉਹ ਵੀ ਵਕਤ ਸੀ ਜਦੋਂ ਰੇਡੀਓ ਟੀਵੀ ਕੋਈ ਚੀਜ਼ ਨਹੀਂ ਸੀ, ਸਿਨੇਮਾ ਕੋਈ ਚੀਜ਼ ਨਹੀਂ ਸੀ। ਤੇ ਇਹ ਸਟਰੀਟ ਸਿੰਗਰ ਜਿਹੜੇ ਸੀਗੇ, ਇਹ ਜਾਂ ਗੜਵੀਆਂ ਵਾਲੇ ਜਾਂ ਤੇ ਜਿਨ੍ਹਾਂ ਦੀ ਕਿਸਮਤ ਚਮਕ ਪਈ, ਜਿਨ੍ਹਾਂ ਨੂੰ ਕਿਸੇ ਨੇ ਪਹਿਚਾਣ ਲਿਆ, ਉਹ ਲੋਕ ਵਾਕਈ ਪਹਿਲਿਆਂ ਵਕਤਾਂ 'ਚ ਵੀ ਸਟਾਰ ਬਣੇ ਆ। ਉਹਨਾਂ ਵਕਤਾਂ 'ਚ ਜਦੋਂ ਗ੍ਰਾਮੋਫੋਨ ਤੋਂ ਸਿਵਾ ਹੋਰ ਕੋਈ ਚੀਜ਼ ਨਹੀਂ ਹੁੰਦੀ ਸੀ, ਤੇ ਉਹ ਗ੍ਰਾਮੋਫੋਨ ਦੇ ਜ਼ਰੀਏ ਹੀ ਉਹ ਸਟਾਰ ਬਣ ਗਏ। ਜਿਹਦੇ ਵਿੱਚੋਂ ਤੁਸੀਂ ਲਹਿੰਦੇ ਪੰਜਾਬ 'ਚੋਂ ਰੇਸ਼ਮਾ ਲਾ ਲਓ, ਚੜ੍ਹਦੇ ਪੰਜਾਬ 'ਚ ਹੈ ਸੀ ਇੱਕ ਕੀ ਲਾਲ ਚੰਦ ਯਮਲਾ ਜੱਟ, ਹੋਰ ਵੀ ਇਸ ਕਿਸਮ ਦੇ ਕਈ ਲੋਕ ਹੋਣਗੇ ਜਿਨ੍ਹਾਂ ਨੂੰ ਨਹੀਂ ਇਸ ਵੇਲੇ ਨਾਂ ਨਹੀਂ ਦੇਣ ਚ ਆ ਰਿਹਾ। ਤੇ ਹੁਣ ਜਿਹੜਾ ਦੌਰ ਬਦਲ ਗਿਆ, ਭਾਵੇਂ ਬਦਲ ਗਿਆ, ਲੇਕਿਨ ਇਹ YouTube ਨੂੰ, ਇੰਟਰਨੈਟ ਨੂੰ ਵੀ ਅਗਰ ਸਟਾਰ ਮਿਲਦੇ ਆ ਨਾ, ਤੇ ਗਲੀਆਂ ਦੇ ਵਿੱਚੋਂ ਮਿਲਦੇ ਨੇ, ਅਗਰ ਕੋਈ ਤਲਾਸ਼ ਕਰੇ, ਅਗਰ ਕੋਈ ਇਹਨਾਂ ਦੀ ਕਦਰ ਕਰ ਲਵੇ ਤੇ। ਵਰਨਾ ਬੈਠਿਆਂ ਬਿਠਾਇਆ YouTube ਤੇ ਆਪਣੇ ਘਰੋਂ ਕਿਸੇ ਨੇ ਨਹੀਂ ਸਟਾਰ ਬਣੂਗਾ ਆ ਜਾਣਾ, ਜਾਂ ਝੋਲੀ 'ਚ ਕਿਸੇ ਦੀ ਨਹੀਂ ਆ ਡਿੱਗਣਾ। ਇਹ ਲੱਭਣੇ ਪੈਣਗੇ, ਤੇ ਇਹ ਲੱਭਣ ਵਾਸਤੇ ਕੋਸ਼ਿਸ਼, ਮਿਹਨਤ, ਤੇ ਫਿਰ ਇਹਨਾਂ ਦੀ ਕਦਰ ਹੋਣੀ ਆ। ਵਰਨਾ ਜਿੱਦਾਂ ਬਾਕੀ ਇੰਨੀ ਦੁਨੀਆ ਰੁਲ ਗਈ, ਜਿਹੜੇ ਹਾਲ ਹਾਜ਼ਰ ਹੈਗੇ ਨੇ ਅब्बास ਵਰਗੇ ਜਾਂ ਮਨਾਦਰ ਨਾਈ ਵਰਗੇ, ਇਹ ਵੀ ਰੁਲ ਜਾਣਗੇ। ਬਿਲਕੁਲ ਸਹੀ ਤੁਸੀਂ ਇਸ ਗੱਲ ਤੋਂ ਵਧਾਉਣਾ ਸੀ ਅੱਗੇ। ਜੀ ਆਹਿਸਤਾ ਆਹਿਸਤਾ ਅਗਰ ਸਾਡੀ ਆਵਾਜ਼ ਇਹਨਾਂ ਲੋਕਾਂ ਤੱਕ ਪਹੁੰਚ ਜਾਵੇ, ਜਿਹੜੇ ਲੋਕ ਇਹਨਾਂ ਨੂੰ ਸਪੋਰਟ ਕਰ ਸਕਦੇ ਆ, ਤੇ ਸਾਡੀ ਬੇਨਤੀ ਆ ਵੀ ਉਹ ਇਹਨਾਂ ਦੀ ਸਪੋਰਟ ਕਰਨ, ਇਹਨਾਂ ਨੂੰ ਲੱਭਣ, ਫਿਰ ਕੇ ਲੱਭਣ। ਬਿਲਕੁਲ ਹੈ, ਘਰਾਂ ਚੈਨਲਾਂ ਤੇ ਬੈਠੇ ਨਹੀਂ ਲੱਭਣੇ। ਤੇ ਜੀ ਬਾਕੀ ਵੀਰਾਂ ਦੀ ਵੀ ਗੱਲ ਸੁਣੋ ਜੀ, ਉਹ ਵੀ ਕਰਨ ਗੱਲ। ਤੁਸੀਂ ਗੱਲ ਕੀਤੀ ਹੈ ਕਿ ਇਹ ਉਹ ਬੰਦੇ ਸੀਗੇ ਜਿਨ੍ਹਾਂ ਨੇ ਲੋਕਾਂ ਦਾ ਕਲਾਮ ਜਿਹੜਾ ਕੀਤਾ, ਇਹਨਾਂ ਦੇ ਰਾਹੀਂ ਹੀ, ਇਹਨਾਂ ਸੰਤਾਂ ਦੇ ਰਾਹੀਂ, ਇਹੋ ਜਿਹੇ ਲੋਕਾਂ ਦੇ ਰਾਹੀਂ ਹੀ ਕਲਾਮ ਜਿਹੜਾ ਲੋਕਾਂ ਤੱਕ ਪਹੁੰਚਿਆ। ਤੇ ਸਾਡੇ ਨਾਲ ਬਲਜੀਤ ਸਿੰਘ ਤਲਵੰਡੀ ਸਾਹਿਬ ਵੀ ਮੌਜੂਦ ਨੇ। ਅਸੀਂ ਉਹਨਾਂ ਅੱਗੇ ਵੀ ਬੇਨਤੀ ਕਰਾਂਗੇ ਕਿ ਅੱਜ ਦਾ ਜਿਹੜਾ ਟੌਪਿਕ ਹੈ ਉਹਦੇ ਬਾਰੇ ਦੇ ਵਿੱਚ ਉਹ ਵੀ ਆਪਣੀ ਸਾਂਝ ਪਾਉਣ ਤੇ ਬਾਸ ਅਲੀ ਦੇ ਬਾਰੇ ਦੱਸਣ ਕਿ ਆਵਾਜ਼ ਕਿਵੇਂ ਲੱਗੀ ਹੈ। ਹਾਂਜੀ, ਬਹੁਤ ਵਧੀਆ ਜੀ। ਮੈਂ ਵੈਸੇ ਬੇਸਿਕਲੀ ਅੱਜ ਨਹੀਂ ਸੀ ਚਾਹੁੰਦਾ ਵੀ ਲਾਈਵ ਹੋਵੇ, ਪਰ ਮੈਂ ਪ੍ਰੋਫੈਸਰ ਸਾਹਿਬ ਇਹਦੀ ਆਵਾਜ਼ ਵੀਰ ਦੀ ਸੁਣ ਕੇ ਮੇਰੇ ਤੋਂ ਨਹੀਂ ਰਿਹਾ ਗਿਆ, ਤੇ ਮੈਂ ਫਿਰ ਦੁਬਾਰਾ ਜਗਾੜ ਲਾ ਕੇ ਨੈਟ ਨੁੱਟ ਦਾ ਤੇ ਲਾਈਵ ਹੋਇਆ। ਬਹੁਤ ਵਧੀਆ ਆਵਾਜ਼ ਜੀ, ਉਹ ਆਪੇ ਖਿੱਚ ਲੈਂਦੀ ਹੈ, ਚੰਗੀ ਆਵਾਜ਼ ਖਿੱਚ ਲੈਂਦੀ ਬੰਦੇ ਨੂੰ। ਤਲਵੰਡੀ ਸਾਹਿਬ ਤਲਵੰਡੀ ਸਾਹਿਬ ਮੇਰੀ ਆਵਾਜ਼ ਆ ਰਹੀ ਤਾਂ? ਹਾਂ, ਮੇਰੀ ਜੀ ਆ ਰਹੀ ਹੈ ਜੀ, ਆਵਾਜ਼ ਆ ਰਹੀ ਹੈ ਜੀ। ਜੀ ਗੱਲ ਕਰੋ ਤੁਸੀਂ। ਹੈਲੋ ਜੀ ਜੀ ਗੱਲ ਕਰੋ ਤਲਵੰਡੀ ਸਾਹਿਬ। ਮੇਰਾ ਖਿਆਲ ਹੈ ਤਲਵੰਡੀ ਸਾਹਿਬ ਨੂੰ ਸਾਡੀ ਆਵਾਜ਼ ਨਹੀਂ ਸੁਣ ਸਕਦੇ। ਤੇ ਇੱਕ ਹੋਰ ਸਾਡੇ ਦੋਸਤ ਮੌਜੂਦ ਨੇ, ਨਾ ਪੜ੍ਹਨ ਚ ਮੈਨੂੰ ਮੁਸ਼ਕਲ ਹੋ ਰਹੀ ਹੈ। ਪਹਿਲੇ ਤਾਂ ਆਪਣਾ ਤਾਰਫ ਕਰਵਾ ਦੇਣ ਮੈਨੂੰ ਥੱਲੇ। ਹਾਂਜੀ ਹਾਂਜੀ, ਤੁਹਾਡੀ ਆ ਰਹੀ ਹੈ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲ? ਹਾਂਜੀ ਹੁਣ ਆ ਰਹੀ। ਜੀ 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 ਹਾਂਜੀ, ਮੈਂ ਕਿਹਾ ਵੀ ਵੀਰ ਦੀ ਆਵਾਜ਼ ਇੰਨੀ ਪਿਆਰੀ ਸੀ ਕਿ ਮੈਨੂੰ ਫਿਰ ਮਤਲਬ, ਹਾਂਜੀ ਹਾਂਜੀ ਮੈਂ ਕਰ ਰਿਹਾ ਜੀ, ਕਰ ਰਿਹਾ। ਬਹੁਤ ਪਿਆਰੀ ਆਵਾਜ਼ ਹੈ ਜੀ ਵੀਰ ਦੀ। ਮਤਲਬ
ਉਹੀ ਹੈ ਨਾ ਜੀ, ਜੇ ਸੌਰੀ ਉਹਨਾਂ ਦੇ ਮੇਰਾ ਨੈਟਵਰਕ ਖਿਆਲ ਦੀ ਹੈ ਪ੍ਰੋਬਲਮ ਲੱਗਦੀ ਕੋਈ। ਆਵਾਜ਼ ਦਾ ਪ੍ਰੋਬਲਮ ਹੈ, ਸਾਡੀ ਆਵਾਜ਼ ਲੇਟ ਉਹਨਾਂ ਤੱਕ ਪਹੁੰਚ ਰਹੀ ਹੈ। ਔਰ ਜੀ ਵੀਰ ਜੀ, ਤੁਸੀਂ ਆਪਣੀ ਗੱਲਬਾਤ ਸਾਂਝੀ ਕਰਿਆ। ਹਾਂਜੀ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤੇ ਸਲਾਮ ਸਾਰਿਆਂ ਨੂੰ। ਤੇ ਮੈਂ ਵੀ ਪਹਿਲਾਂ ਤਾਂ ਮੈਂ ਵੈਸੇ ਹੀ ਮਤਲਬ ਜੁਆਇਨ ਕਰ ਲਿਆ, ਮੈਨੂੰ ਟੌਪਿਕ ਹੀ ਨਹੀਂ ਸੀ ਪਤਾ, ਤੇ ਤੁਹਾਡੀਆਂ ਗੱਲਾਂ ਸੁਣ ਕੇ ਲੱਗਿਆ ਕਿ ਸਟਰੀਟ ਸਿੰਗਰ ਦਾ ਟੌਪਿਕ ਹੈ। ਤੇ ਆਵਾਜ਼ ਮਿੱਠੀ ਸੀ। ਅਸਲ ਅਸੀਂ ਵੀ ਦੇਖਿਆ ਕਈ ਵਾਰੀ YouTube ਤੇ ਲੋਕਾਂ ਨੇ ਪਾਇਆ ਹੁੰਦਾ ਹੈ, ਕੋਈ ਟ੍ਰੇਨ ਚੋਂ ਹੀ ਬੰਦਾ ਗਾ ਰਿਹਾ ਹੁੰਦਾ ਹੈ, ਕੋਈ ਚਾਹ ਵੇਚਦਾ ਬੰਦਾ, ਕੋਈ ਵਾਇਲਨ ਵਜਾ ਰਿਹਾ, ਕੁਛ ਏਦਾਂ ਦੇ ਵੀ ਇੰਸਟਰੂਮੈਂਟ ਵਜਾਉਂਦੇ ਜਿਹੜੇ ਉਹ ਕਾਫੀ ਹਿੱਟ ਵੀ ਹੋਏ ਆ। ਇੱਕ ਹੁਣੀ ਇੱਕ ਬਾਲੀਵੁੱਡ 'ਚ ਵੀ ਇੱਕ ਟ੍ਰੇਨ 'ਚ ਚਾਹ ਵੇਚਦੀ ਸਿੰਗਰ ਸੀ, ਜਿਹੜੀ ਉਹਨੂੰ ਹਮੇਸ਼ ਰੇਸ਼ਮੀਆ ਨੇ ਮਤਲਬ ਇੰਟਰੋਡਿਊਸ ਕੀਤਾ ਸੀ। ਉਹਦੀ ਆਵਾਜ਼ ਜਿੱਦਾਂ ਲਤਾ ਮੰਗੇਸ਼ਕਰ ਦੀ ਆਵਾਜ਼ ਹੈ, ਉੱਦਾਂ ਦੀ ਆਵਾਜ਼ ਸੀ। ਮਤਲਬ ਗੱਲ ਹੈ ਕਿ ਅਸਲ ਤਾਂ ਟੈਲੈਂਟ ਤਾਂ ਦੁਨੀਆ 'ਚ ਕਾਫੀ ਹੈ, ਕੁਛ ਗਰੀਬੀ ਕਰਕੇ ਰੁਲ ਰਿਹਾ ਕਿ ਜਿਹਦਾ ਕੋਈ ਬੰਦਾ ਕੋਈ ਸੱਚਾ ਪੱਕਾ ਉਹਨਾਂ ਨੂੰ ਅੱਗੇ ਪਹੁੰਚਾ ਦਿੰਦਾ ਠੀਕ ਹੈ, ਨਹੀਂ ਤਾਂ ਵਿਚਾਰੇ ਏਦਾਂ ਹੀ ਰਹਿ ਜਾਂਦੇ ਆ। ਕਿਉਂਕਿ ਜਿਹੜੀ ਗਾਇਕੀ ਨੂੰ ਇੱਕ ਸੋਸ਼ਲ ਮੀਡੀਆ ਚਲੋ ਆਪਣੀ ਹੈਲਪ ਹੈਗੀ ਹੈ, ਪਰ ਜੇ ਪ੍ਰੋਪਰ ਲੈ ਕੇ ਜਾਣਾ ਹੋਵੇ ਤਾਂ ਅੱਜ ਕੱਲ੍ਹ ਪੈਸੇ ਦੀ ਦੌੜ ਜ਼ਿਆਦਾ ਹੋ ਗਈ। ਪੈਸਾ ਬਹੁਤ ਲੱਗਦਾ ਵੀਡੀਓ ਬਣਾਉਣ 'ਚ, ਰਿਕਾਰਡਿੰਗ ਕਰਵਾਉਣ 'ਚ। ਜਿਹੜੇ ਡਾਇਰੈਕਟਰ ਹੈ, ਸਾਊਂਡ ਰਿਕਾਰਡਰ ਜਾਂ ਠੱਗੀ ਠੁੱਗੀ ਦਾ ਵਿਸ਼ਕਾਰ ਕਰ ਲੈਂਦੇ ਆ, ਤੇ ਕਈ ਵਾਰੀ ਟੈਲੈਂਟ ਏਦਾਂ ਹੀ ਰਹਿ ਜਾਂਦਾ ਪੈਸੇ ਦੇ ਕਰਕੇ। ਮੈਨੂੰ ਤਾਂ ਅੱਛਾ ਇੰਨਾ ਕੁ ਲੱਗਦਾ, ਸਰਬਜੀਤ ਬਾਕੀ ਸਾਡਾ ਸਰਬਜੀਤ ਜੀ, ਕੋਈ ਤੁਹਾਡੇ ਆਲੇ ਹਾਂਜੀ। ਦੁਆਲੇ ਵੀ ਇਸ ਤਰ੍ਹਾਂ ਦੇ ਕੋਈ ਸਿੰਗਰ ਹੋਣ ਦੇ, ਤੇ ਕਦੀ ਤੁਹਾਨੂੰ ਇਹੋ ਜਿਹੀ ਆਵਾਜ਼ ਜਿਹੜੀ ਹੈ ਦੇਖਿਆ ਹੋਵੇ ਔਰ ਜ਼ਿਹਨ 'ਚ ਆਇਆ ਹੋਵੇ ਕਿ ਇੰਨੀ ਚੰਗੀ ਆਵਾਜ਼ ਹੈ ਤੇ ਗਲੀਆਂ 'ਚ ਰੁਲ ਰਹੀ ਹੈ, ਤੁਸੀਂ ਵੀ ਕੋਈ ਇਸ ਤਰ੍ਹਾਂ ਦਾ ਮੁਸ਼ਾਹਿਦਾ ਕੀਤਾ? ਸਾਡੇ ਆਵਾਜ਼ ਤਾਂ ਨਹੀਂ, ਮੈਨੂੰ ਇੱਕ ਸਾਡੇ ਮਤਲਬ ਆਂਢ ਗੁਆਂਢ 'ਚ ਮੁੰਡਾ ਰਾਈਟਰ ਹੈ, ਉਹ ਗਾਣੇ ਅੱਛੇ ਲਿਖਦਾ, ਤੇ ਪਰ ਉਹਨੇ ਵੀ ਇੱਕ ਗੱਲ ਦੱਸੀ ਹੈ ਕਿ ਜੇ ਮੈਂ ਗਾਣੇ ਵੀ ਦੇਣੇ ਨਾ ਕਿਸੇ ਨੂੰ, ਤਾਂ ਸਿੰਗਰ ਮੇਰੇ ਤੋਂ ਪੈਸੇ ਮੰਗਦੇ ਖੁਦ। ਮੈਂ ਸੁਣ ਕੇ ਬੜਾ ਹੈਰਾਨ ਰਿਹਾ ਕਿ ਯਾਰ ਕਿ ਸਿੰਗਰ ਤਾਂ ਪੈਸੇ ਲੈ ਕੇ ਮਤਲਬ ਗਾਣਾ ਲੈਂਦੇ ਆ। ਉਹ ਕਹਿੰਦੇ ਨਹੀਂ, ਹੁਣ ਜ਼ਮਾਨਾ ਬਦਲ ਗਿਆ। ਉਹ ਕਹਿੰਦੇ ਕਿ ਸਾਡੇ ਕੋਲ ਰਾਈਟਰ ਬੜੇ ਆ, ਕਿ ਇੱਕ ਵਾਰੀ ਨਾਂ ਬਣ ਗਿਆ, ਤੇਰਾ ਹਿੱਟ ਹੋ ਗਿਆ, ਤੈਨੂੰ ਆਪੇ ਕਮਾਈ ਹੋ ਜਾਣੀ, ਤੇ ਸਟਾਰਟਿੰਗ ਕਰਨੀ ਹੈ ਤਾਂ ਤੈਨੂੰ ਪੈਸੇ ਦੇਣੇ ਪੈਣੇ। ਜ਼ਮਾਨਾ ਹੀ ਬਦਲ ਗਿਆ। ਮਤਲਬ ਕੁਛ ਸਾਡੇ ਜਿਹੜੇ ਪੰਜਾਬ 'ਚ ਮੈਨੂੰ ਲੱਗਦਾ ਜਿੱਦਾਂ ਕਿ ਜਿੰਨੇ ਵੀ ਜੋ ਜਿਹੜੀ ਮਰਾਸੀ ਕਮਿਊਨਿਟੀ ਹੈ ਨਾ, ਜ਼ਿਆਦਾ ਇਹਨਾਂ 'ਚ ਗਾਇਕੀ ਦਾ ਥੋੜਾ ਜਿਹਾ ਜ਼ਿਆਦਾ ਪ੍ਰਭਾਵ ਹੁੰਦਾ, ਜਾਂ ਖਾਨਦਾਨੀ ਕਿੱਤਾ ਲਾ ਲਓ ਜਾਂ ਕੁਛ ਵੀ ਲਾ ਲਓ। ਉਹ ਬਾਕੀ ਕੋਈ ਬਾਬੇ ਮਾਲਕ ਦੀ ਕੋਈ ਰਹਿਮਤ ਵੀ ਲਾ ਲਓ ਕਿ ਇਹਨਾਂ ਦੇ ਬੱਚੇ ਜ਼ਿਆਦਾ ਟੈਲੈਂਟਡ ਹੁੰਦੇ ਆ। ਉਹ ਜ਼ਿਆਦਾ ਜਿੱਦਾਂ 1947 ਤੋਂ ਬਾਅਦ ਮੈਨੂੰ ਲੱਗਦਾ ਕਿ ਪਾਕਿਸਤਾਨ ਜ਼ਿਆਦਾ ਸ਼ਿਫਟ ਹੋ ਗਏ। ਉਹ ਸਾਡੇ ਵਿਰਲੇ ਵੇਲੇ ਰਹਿ ਗਏ। ਸਾਡੇ ਦੁਆਬੇ 'ਚ ਤਾਂ ਫਿਰ ਵੀ ਮਿਲ ਜਾਂਦੇ ਆ, ਪਰ ਸਾਨੂੰ ਲੱਗਦਾ ਸਾਡੇ ਇੱਥੇ ਘੱਟ ਹੈ। ਜਿੰਨੇ ਪਾਕਿਸਤਾਨ 'ਚ ਜ਼ਿਆਦਾ ਨਾ, ਫੈਸਲਾਬਾਦ 'ਚ ਦੇਖਿਆ, ਮਤਲਬ ਹਰ ਘਰ 'ਚ ਹੀ ਗਾਇਕ ਹੈ, ਹਰ ਘਰ 'ਚ ਹੀ ਕਮੇਡੀਅਨ ਹੈ। ਇੱਥੇ ਵਿਰਲੇ ਵਿਰਲੇ ਮਿਲਦੇ ਆ। ਬਿਲਕੁਲ, ਤੇ ਇਹ ਤੁਸੀਂ ਮੈਨੂੰ ਇਹ ਬਿਲਕੁਲ ਲੱਗਦਾ। ਸਹੀ ਕਿਹਾ। ਮਸਲਾ ਇਹ ਹੋਇਆ ਕਿ ਜਿਸ ਵੇਲੇ ਅਸੀਂ ਉਹਨਾਂ ਨੂੰ ਮਿਰਾਸੀ ਉਹਨਾਂ ਨੂੰ ਕਹਿੰਦੇ ਆ, ਉਹਨਾਂ ਨੂੰ ਇੱਕ ਮਿਹਣੇ ਦੇ ਤੌਰ ਹਾਂਜੀ ਤੇ ਹਾਂਜੀ ਅਸੀਂ ਇਹ ਗੱਲ ਤੇ ਉਹ ਵੀ ਹਾਂਜੀ ਹੁਣ ਆਪਣੇ ਜਿਹੜਾ ਨਾ ਛੱਡਦੇ ਜਾਂਦੇ ਨੇ ਇਸ ਮਿਹਣੇ ਤੋਂ ਬਚਣ ਵਾਸਤੇ। ਤੇ ਚੰਗੀ ਆਵਾਜ਼ ਜਿਹੜੀ ਹੈ ਉਹ ਤਾਂ ਜ਼ਾਹਿਰ ਹੈ ਕਿ ਰੱਬ ਵੱਲੋਂ ਇੱਕ ਬੜੀ ਵੱਡੀ ਇੱਕ ਨਿਹਮਤ ਹੁੰਦੀ ਹੈ। ਜੇ ਕਿਸੇ ਕੋਲੋਂ ਚੰਗੀ ਆਵਾਜ਼ ਹੈ ਤੇ ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਇਹ ਸਾਡੀ ਧਰਤੀ ਦੇ ਜਿਹੜੇ ਨੇ ਹੀਰੇ ਨੇ ਇਹ, ਕਿਉਂਕਿ ਇਹ ਲੋਕ ਨੇ ਜਿਹੜੇ ਸਾਨੂੰ ਖੁਸ਼ ਰੱਖਦੇ ਨੇ, ਸਾਡੇ ਮਨਾਂ ਨੂੰ ਖੁਸ਼ ਰੱਖਦੇ ਨੇ। ਔਰ ਸਾਨੂੰ ਰਲ ਮਿਲ ਕੇ ਜਿਸ ਵੇਲੇ ਅਸੀਂ ਬਹਿੰਦੇ ਹਾਂ ਤੇ ਜਿਸ ਵੇਲੇ ਕੋਈ ਆਵਾਜ਼ ਸਾਡੇ ਕੰਨਾਂ ਦੇ ਵਿੱਚ ਪਾਉਂਦੇ ਨੇ, ਤੇ ਇਹਨਾਂ ਦੇ ਨਾਲ ਹੀ ਹਾਂਜੀ ਮਹਿਫਲਾਂ ਜੰਮਦੀਆਂ। ਇਹ ਐਸੇ ਲੋਕ ਨਾ ਨਹੀਂ ਹੋਣ, ਅਸੀਂ ਉਹੋ ਜਿਹੀ ਸੌਰੀ ਹਯਾਤੀ ਨਹੀਂ। ਪ੍ਰੋਫੈਸਰ ਸਾਹਿਬ, ਮੈਂ ਵਿੱਚ ਹੀ ਆ ਗਿਆ ਜੀ, ਰਸਤੇ ਦੇ ਵਿੱਚ ਹੀ। ਜੀ ਨਾਸਿਰ ਢਿੱਲੋਂ ਸਾਹਿਬ ਨੇ ਵੀ ਸਾਨੂੰ ਜੀ ਜੁਆਇਨ ਕੀਤਾ ਜੀ। ਪਹਿਲੇ ਤਾਂ ਸਭ ਤੋਂ ਪਹਿਲੇ ਜੀ ਜਨਾਬ ਅੱਜ ਜਿਹੜਾ ਤੁਹਾਡਾ ਖੁਸ਼ੀ ਦਾ ਦਿਨ ਹੈ ਤੇ ਉਹਦੀ ਬਹੁਤ ਬਹੁਤ ਮੁਬਾਰਕਬਾਦ। ਤੇ ਅੱਜ ਦੇ ਪ੍ਰੋਗਰਾਮ ਦੇ ਬਾਰੇ ਦੇ ਵਿੱਚ ਵੀ ਜ਼ਾਹਿਰ ਹੈ ਕਿ ਤੁਸੀਂ ਸਰ ਸਾਂਝ ਬਹੁਤ ਜ਼ਰੂਰ ਪਾਓਗੇ। ਮਿਹਰਬਾਨੀ, ਬਹੁਤ ਸ਼ੁਕਰੀਆ ਸਾਰਿਆਂ ਦਾ, ਜਿਨ੍ਹਾਂ ਨੇ ਜਿਹੜੇ ਵੀ ਜੁੜੇ ਨੇ ਹੁਣ ਨਾਲ ਪ੍ਰੋਗਰਾਮ ਦੇ, ਉਹਨਾਂ ਦਾ ਬਹੁਤ ਧੰਨਵਾਦ। ਤੇ ਅੱਜ ਦੇ ਪ੍ਰੋਗਰਾਮ ਤੇ ਸਾਡੇ ਪ੍ਰੋਗਰਾਮ ਤੇ ਕੁਝ ਦੋਸਤ ਨਾ ਸਟਾਰਸ ਸੈਂਡ ਕਰਦੇ ਆ, ਸਟਾਰ ਦੀ ਸ਼ਕਲ ਦੇ ਵਿੱਚ। ਸੋ ਅੱਜ ਜਿੰਨੇ ਵੀ ਸਟਾਰਸ ਆਉਣਗੇ, ਅੱਜ ਸਲੀਮ, ਉਹ ਸਾਰੇ ਸਟਾਰਸ ਸਿੰਗਰ ਸਲੀਮ ਦੇ ਜਿਹੜੇ ਅब्बास
ਅब्बास अली ਅब्बास अब्बास ਅब्बास ਸਿੰਗਰ ਅब्बास ਦੇ ਜਿਹੜੇ ਪ੍ਰੋਫੈਸਰ ਸਾਹਿਬ ਦੇ ਨਾਲ ਨੇ ਅੱਜ ਸਾਡੇ ਨਾਲ ਸਟਰੀਟ ਸਿੰਗਰ ਨੇ। ਅੱਜ ਦੇ ਪ੍ਰੋਗਰਾਮ ਤੋਂ ਜਿੰਨੇ ਵੀ ਸਟਾਰਸ ਪ੍ਰੋਫੈਸਰ ਸਾਹਿਬ ਕਲੈਕਟ ਹੋਣਗੇ ਸਾਰੇ ਜਿਹੜੇ ਆ ਜੀ ਉਹ ਜੀ ਅब्बास ਦੇ। ਹਾਂ ਜੀ। ਤੇ ਮੈਂ ਸਾਢੇ ਕਹਿੰਦਾ ਸੱਤ ਕਿ ਇਸ ਤੋਂ ਪ੍ਰੋਗਰਾਮ ਬਾਅਦ ਦੇ ਜਿਹੜਾ ਹੈ ਅब्बास ਨੂੰ ਜਿਹੜਾ ਟ੍ਰਿਬਿਊਟ ਜਿਹੜਾ ਹੈ ਤਾਂ ਬਹੁਤ ਘੱਟ ਹੈ ਚੀਜ਼ਾਂ, ਲੇਕਿਨ ਸਾਡਾ ਇੱਕ ਹਿੱਸਾ ਹੈ, ਸਾਡੀ ਇਹ ਸਾਂਝ ਹੈ ਐਸੇ ਲੋਕਾਂ ਵਾਸਤੇ। ਤੇ ਮੈਂ ਕਹਿੰਦਾ ਕਿ ਇਹੋ ਹੀ ਜਜ਼ਬਾ ਜਿਹੜਾ ਚਾਹੀਦਾ, ਜਿਹੜਾ ਨਾਸਿਰ ਢਿੱਲੋਂ ਸਾਹਿਬ ਨੇ ਜਿਹਦਾ ਇਜ਼ਹਾਰ ਕੀਤਾ ਹੈ। ਤੇ ਹੋਰ ਜੀ ਢਿੱਲੋਂ ਸਾਹਿਬ ਇਸ ਢਿੱਲੋਂ ਸਾਹਿਬ ਜੀ ਦੀ ਤੁਸੀਂ ਵੀਡੀਓ ਨਹੀਂ ਆ ਰਹੀ ਕੰਟੀਨਿਊ ਤੁਹਾਡੀ। ਰੱਖੋ। ਮੈਨੂੰ ਬਹੁਤ ਵਧੀਆ ਆਵਾਜ਼ ਲੱਗੀ ਸੀ। ਮੈਂ ਕਿਹਾ ਆਪਣੇ ਪ੍ਰੋਗਰਾਮ ਦੇ ਅੱਜ ਦਾ ਜਿੰਨੇ ਜਨਰੇਟ ਹੋਣਗੇ ਇਹਦੇ ਸਟਾਰ ਜਨਰੇਟ ਹੋਣਗੇ ਸਾਰੇ ਦੇ ਸਾਰੇ ਅब्बास ਦੇ। ਸੋ ਇਹਦੇ ਵਾਸਤੇ ਮੈਂ ਪ੍ਰੋਗਰਾਮ 'ਚ ਆਇਆ। ਸਾਲੀ ਰਸਤੇ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਟਾਈਮ ਤੇ ਪਹੁੰਚਣ ਦੀ। ਤੁਸੀਂ ਕੈਰੀ ਔਨ ਰੱਖੋ ਜੀ। ਬਹੁਤ ਸ਼ੁਕਰੀਆ। ਚਲੋ ਜੀ, ਮੈਂ ਫਿਰ अब्बास अली ਦੇ ਕੋਲੋਂ ਕੁਝ ਹੋਰ ਤੁਸੀਂ अब्बास ਹਾਂਜੀ, ਅਲੀ ਤੋਂ ਉਹ ਸੁਣੋ ਵੀ ਪ੍ਰੋਫੈਸਰ ਸਾਹਿਬ ਮੈਂ ਕੁਝ ਕਹਿਣਾ ਚਾਹੁੰਦਾ। ਸਟਾਰਸ ਦੀ ਅਨਾਉਂਸਮੈਂਟ ਵੀ ਕਰ ਦੇਣਾ ਦੁਬਾਰਾ ਜੀ ਫਿਰ ਜੀ ਇੱਕ ਵਾਰ। ਜੀ ਮੈਂ ਕਰ ਦਿੰਦਾ ਜੀ, ਮੈਂ ਕਰ ਦਿੰਦਾ ਹੁਣ ਜੀ। ਯੂਸਫ ਸਾਹਿਬ ਤੁਸੀਂ ਕੀ ਕਹਿਣਾ ਚਾਹ ਰਹੇ ਸੀ? ਮੈਂ ਛੋਟੇ ਵੀਰ ਨੇ ਦੱਸਿਆ ਨਾ ਜੀ ਮਰਾਸੀ, ਅਸਲ ਪੰਜਾਬੀਆਂ ਨੇ ਮਰਾਸੀ ਬਣਾਤਾ ਉਹਨਾਂ ਨੂੰ ਜੀ। ਅਸਲ ਇਹ ਸੀ ਮੂੰਹ ਰਸ, ਇਹਨਾਂ ਨੂੰ ਕਹਿੰਦੇ ਸੀ ਮੂੰਹ ਰਸ, ਜੀ ਜੀ ਯਾਨੀ ਕਿ ਮਿੱਠੀ ਗੱਲ ਕਰਨ ਵਾਲੇ। ਜੀ ਜੀ ਉਹ ਮੂੰਹ ਰਸ ਤੋਂ ਆਸਤਾ ਉਹ ਮਰਾਸੀ ਬਣ ਗਏ। ਜੀ ਜੀ ਇਹ ਮੈਂ ਗੱਲ ਕਹਿਣਾ ਚਾਹ ਰਿਹਾ ਸੀ ਕਿ ਉਹ ਸਾਡੇ ਪੰਜਾਬੀਆਂ ਨੇ ਉਹਨਾਂ ਨੂੰ ਮਰਾਸੀ ਬਣਾਤਾ ਜੀ। ਬਸ ਉਹ ਇਸ ਤਰ੍ਹਾਂ ਹੁਣ ਦੂਰ ਹੁੰਦੇ ਜਾ ਰਹੇ ਆ, ਲੇਕਿਨ ਫਿਰ ਵੀ ਉਹ ਟੈਲੈਂਟ ਛੱਡਦੇ ਨਹੀਂ ਆਪਣਾ ਜਿਹੜਾ ਉਹਨਾਂ ਦਾ ਹੈ ਨਾ ਜੀ, ਉਹ ਨਹੀਂ ਛੱਡਦੇ। ਬਿਲਕੁਲ ਬਿਲਕੁਲ ਹਾਂ। ਬੱਚਾ ਜਿਹੜਾ ਅਲੀ अब्बास ਵਾਸਤੇ ਇੱਕ ਜਿਹੜਾ ਜਜ਼ਬੇ ਦਾ ਇਜ਼ਹਾਰ ਕੀਤਾ, ਜਿਹੜੇ ਅੱਜ ਜਿੰਨੇ ਵੀ ਸਟਾਰ ਉਹਨਾਂ ਦੇ ਪ੍ਰੋਗਰਾਮ ਇਸ ਚੈਨਲ ਨੂੰ ਜਿਹੜੇ ਮਿਲ ਰਹੇ ਨੇ, ਉਹ ਉਹਨਾਂ ਨੇ ਅਲੀ अब्बास ਦੇ ਨਾਲ। ਜੀ ਨਵੀਦ ਸਾਹਿਬ ਸਾਡੇ ਨਾਲ ਗੱਲ ਕਰ ਰਹੇ ਨੇ। अस्सलाम वालेकुम सारे भाइयों ਨੂੰ। ਜੀ ਜੀ ਵਾਲੇਕੁਮ ਸਲਾਮ। ਸਲਾਮ। ਦੇਖੇ ਪੰਜਾਬੀ ਲਹਿਰ ਨੂੰ ਫੋਲੋ ਕਰਦੇ 2-3 ਮਹੀਨੇ ਹੋ ਗਏ ਜੀ ਜੀ ਔਰ ਇੱਥੋਂ ਆਪਣਾ ਜਿਹੜਾ ਪਿਛਲਾ ਵਿਰਸਾ ਹੈ ਉਹਦੇ ਬਾਰੇ ਚ ਸਿੱਖਣ ਨੂੰ ਬਹੁਤ ਕੁਛ ਲੱਗਾ ਕਿ ਕਿਸ ਤਰ੍ਹਾਂ ਉਹ ਆਪਣਾ ਕਾਰੋਬਾਰ ਛੱਡ ਕੇ ਆਏ ਸਨ ਸਾਡੇ ਵਟ ਕੇ, ਕਿਉਂਕਿ ਅਸੀਂ ਘਰ 'ਚ ਇਹ ਗੱਲਾਂ ਸੁਣੀ ਦੀਆਂ ਸੀ ਆਪਣੇ ਬੜਿਆਂ ਕੋਲ, ਦਾਦਾ ਦਾਦੀ ਉਹਨਾਂ ਕੋਲ। ਤੇ ਹੁਣ ਉਮਰ ਦੇ ਇਸ ਹਿੱਸੇ 'ਚ ਆ ਗਏ ਕਿ ਇਹਨਾਂ ਨੂੰ ਮਹਿਸੂਸ ਹੁੰਦਾ ਕਿ ਇਹ ਬਹੁਤ ਬੜੀ ਕੁਰਬਾਨੀ ਸੀ, ਕਿਉਂਕਿ ਇੱਕ ਹਿੱਸੇ ਤੋਂ ਦੂਸਰੇ ਹਿੱਸੇ 'ਚ ਰੋਜ਼ੀ ਕਮਾਉਣ ਜਦੋਂ ਜਾਈਦਾ ਹੈ ਤੇ ਉਹ ਮਹਿਸੂਸ ਹੁੰਦਾ ਹੈ ਕਿ ਆਪਣਾ ਕਾਰੋਬਾਰ ਕਿਆ ਹੈ। ਹਾਲਾਂਕਿ ਉਹ ਟੈਂਪਰੇਰੀ, ਅਸੀਂ ਮੁੜ ਕੇ ਆਪਣੇ ਘਰਾਂ ਨੂੰ ਹੀ ਜਾਣਾ ਇੱਥੇ, ਪਰ ਮੁੜ ਕੇ ਵਾਪਸ ਨਹੀਂ ਜਾਣਾ ਸੀ ਇਹਨਾਂ ਨੇ। ਆ ਕੇ ਨਈ ਜਗ੍ਹਾ ਬਾਤ ਕਰਨੀ ਸੀ, ਸਭ ਕੁਝ ਛੱਡਿਆ ਹੈ। ਰਾਸਤੇ ਦੇ ਵਿੱਚ ਆਪਣੇ ਕਈ ਅਜ਼ੀਜ਼ ਅਕਾਰਬ ਫੌਤ ਹੋ ਗਏ ਤੇ ਉਸ ਤੋਂ ਬਾਅਦ ਦੇਖੀਦਾ ਇਹਨਾਂ ਦੀ ਜਿਹੜੀ ਪੁਰਾਣੇ ਬਜ਼ੁਰਗ ਹੈ ਉਹ ਦੱਸਦੇ ਹੈ, ਮਤਲਬ ਉਹ 1 ਮਿੰਟ ਵੀ ਅੱਗੇ ਪਿੱਛੇ ਕਰਨ ਨੂੰ ਦਿਲ ਨਹੀਂ ਕਰਦਾ ਉਹ ਵੀਡੀਓ ਨੂੰ। ਬਹੁਤ ਅੱਛੀ ਕਾਫਿਸ਼ ਹੈ। ਨਾਸਿਰ ਸਾਹਿਬ ਨੇ ਮੇਰੇ ਖਿਆਲ 'ਚ ਜਿਹੜੇ ਕਰ ਰਹੇ ਨੇ ਸਭ ਕੁਛ, ਜੀ ਅੱਲਾਹ ਪਾਕ ਉਹਨਾਂ ਨੂੰ ਹਯਾਤ ਲੰਬੀ ਜ਼ਿੰਦਗੀ ਦੇ ਤੇ ਇਸ ਤਰ੍ਹਾਂ ਹੀ ਉਹ ਕਰਦੇ ਰਹੇ। ਬਹੁਤ ਬਾਕੀ ਅਨਵਾਰ ਖਾਨ ਸਾਹਿਬ ਬਹੁਤ ਮਿਹਰਬਾਨੀ ਤੁਸੀਂ। ਤੇ ਮੈਂ ਜਿਵੇਂ ਪਹਿਲੇ ਦੱਸਿਆ ਕਿ ਨਾਸਿਰ ਢਿੱਲੋਂ ਸਾਹਿਬ ਨੇ ਆਪਣੇ ਚੈਨਲ ਦੀ ਰਾਹੀਂ ਇਹ ਸਾਨੂੰ ਪੈਗਾਮ ਦਿੱਤਾ ਕਿ ਅੱਜ ਦੇ ਪ੍ਰੋਗਰਾਮ ਦੇ ਜਿੰਨੇ ਸਟਾਰ ਜਿਹੜੇ ਮਿਲਣਗੇ ਉਹਨਾਂ ਨੇ ਅਲੀ अब्बास ਦੇ ਨਾਂ ਕੀਤੇ ਨੇ। ਬਾਕੀ ਦੋਸਤਾਂ ਨੂੰ ਜਿਹੜੇ ਅਲੀ अब्बास ਨਾਲ ਮੁਹੱਬਤ ਜਿਹੜੀ ਹੈ ਉਹਦਾ ਅਗਰ ਉਹਨਾਂ ਨੇ ਇਜ਼ਹਾਰ ਕਰਨਾ ਹੈ ਤੇ ਸਾਡੇ ਨਾਲ ਜ਼ਰੂਰ ਸਟਾਰ ਦੇ ਰਾਹੀਂ ਜ਼ਰੂਰ ਜੁੜਦੇ ਰਹਿਣ ਤੇ ਇਸ ਪ੍ਰੋਗਰਾਮ ਨੂੰ ਨਾਲ ਵਧਾਉਂਦੇ ਰਵਾਂਗੇ। ਤੇ ਆ ਹੁਣ ਕੋਈ ਇੱਕ ਚੰਗੀ ਜੀ ਚੀਜ਼ ਜਿਹੜੀ ਹੈ ਨਾ, ਕੋਈ ਅਲੀ अब्बास ਜਿਹੜੀ ਹੈ ਨਾ ਸਾਨੂੰ ਸੁਣਾਓ ਨਾ ਜ਼ਰਾ। ਅਸੀਂ ਜਨਾਬ ਨੂੰ ਚੰਚਲ ਝਨਕਾਰ ਸੁਣਾਉਂਦੇ ਆ ਜੀ। ਨਹੀਂ, ਉਹ ਜਿਹੜਾ ਉਸ ਦਿਨ ਤੁਸੀਂ ਸੁਣਾਇਆ ਸੀ ਅਨਵਾਰ ਸਾਹਿਬ ਖਸਮ ਜਿਹੜੇ। ਇੱਕ ਮਿੰਟ ਮੈਂ ਵਿੱਚ ਟੋਕਦਾ ਜੀ ਸਰ, 1 ਮਿੰਟ ਜੀ। अब्बास ਸਾਹਿਬ ਦਾ ਮੈਨੂੰ ਜੇ ਦਰਸ਼ਕਾਂ ਨੂੰ ਇਹ ਵੀ ਦੱਸ ਦਿੱਤਾ ਜਾਵੇ ਕਿ ਕਿੱਥੋਂ ਬਿਲੋਂਗ ਕਰਦੇ ਆ, ਕਿਹੜਾ ਜ਼ਿਲ੍ਹਾ ਇਹਨਾਂ ਦਾ, ਕਿਹੜਾ ਪਿੰਡ ਹੈ। ਜੀ ਜੀ अब्बास ਜੀ ਦੱਸੋ, ਪੁਰਾਣਾ ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਸਾਡਾ ਜ਼ਿਲ੍ਹਾ ਜੀ ਅੰਮ੍ਰਿਤਸਰ, ਤਹਿਸੀਲ ਤਰਨਤਾਰਨ ਤੇ ਪਿੰਡ ਢੋਟੀਆਂ, ਰੱਸੇ ਵਾਲੀਆਂ ਢੋਟੀਆਂ ਸਾਡੇ ਵਾਲਾ ਸਾਹਿਬ ਫਰਮਾਉਂਦੇ ਆ, ਜਿੱਥੇ ਰੱਸਾ ਖਿੱਚਦੇ ਹੁੰਦੇ ਨੇ, ਰੱਸਾ ਕਸ਼ੀ ਦਾ ਮੁਕਾਬਲਾ। ਤਹਿਸੀਲ ਤਰਨਤਾਰਨ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਸੀ ਢੋਟੀਆਂ। 2 ਢੋਟੀਆਂ ਸੀ, ਕਹਿੰਦੇ ਇੱਕ ਰੱਸੇ ਵਾਲੀਆਂ ਢੋਟੀਆਂ ਸੀ, ਇੱਕ ਦੂਸਰੀਆਂ ਢੋਟੀਆਂ ਸੀ। ਮੇਰੇ ਵਾਲਾ ਸਾਹਿਬ ਫਰਮਾਉਂਦੇ ਹੁੰਦੇ ਸੀ। ਤੇ ਅਸੀਂ ਰੱਸੇ ਵਾਲੀਆਂ ਢੋਟੀਆਂ ਦੇ ਮਤਲਬ ਕਿ ਰਹਿਣ ਵਾਲੇ ਸੀ ਸਾਡੇ ਵੱਡੇ। ਤੇ ਫਿਰ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਸਨ 47 ਵਿੱਚ, ਫਿਰ ਹਿਜਰਤ ਕਰਕੇ ਇੱਥੇ ਮੁਲਤਾਨ ਸ਼ਰੀਫ ਆਏ।
ਠੀਕ ਹੈ ਜੀ। ਤਰਨ ਤਾਰਨ ਵੀ ਜ਼ਿਲ੍ਹਾ ਬਣ ਚੁੱਕਿਆ ਜੀ ਹੁਣ। ਓ ਵੇਖ ਲਿਆ ਮਜ਼ਾ ਦਿਲਾ ਅੱਖੀਆਂ ਮਿਲਾਉਣ ਦਾ, ਰਾਵਾਂ ਵਿੱਚ ਬਹਿ ਕੇ ਬੈਣ ਲੰਮੇ ਕੌਣ ਦਾ, ਵੇਖ ਲਿਆ ਮਜ਼ਾ ਦਿਲਾ ਅੱਖੀਆਂ ਮਿਲਾਉਣ ਦਾ, ਰਾਵਾਂ ਵਿੱਚ ਬਹਿ ਕੇ ਬੈਣ ਲੰਮੇ ਲੰਮੇ ਕੌਣ ਦਾ, ਵੇਖ ਲਿਆ ਮਜ਼ਾ ਦਿਲਾ ਅਲੜੀ ਜਵਾਨੀ ਸਿੱਤੇ ਪਿਆਰੀ ਗੱਲ ਪਾ ਲਿਆ, ਅਲੜੀ ਜਵਾਨੀ ਸਿੱਤੇ ਪਿਆਰੀ ਗੱਲ ਪਾ ਲਿਆ, ਉਮਰਾਂ ਦਾ ਰੋਗ ਅਸਾਂ ਦਿਲ ਉੱਤੇ ਲਾ ਲਿਆ, ਉਮਰਾਂ ਦਾ ਰੋਗ ਅਸਾਂ ਦਿਲ ਉੱਤੇ ਲਾ ਲਿਆ, ਆਵੇਗਾ ਸੰਦੇਸ਼ਾ ਕਦੋਂ ਮਹੀ ਵੱਲੋਂ ਆਉਣ ਦਾ, ਆਵੇਗਾ ਸੰਦੇਸ਼ਾ ਕਦੋਂ ਮਹੀ ਵੱਲੋਂ ਆਉਣ ਦਾ, ਰਾਵਾਂ ਵਿੱਚ ਬਹਿ ਕੇ ਬੈਣ ਲੰਮੇ ਲੰਮੇ ਪੌਣ ਦਾ, ਵੇਖ ਲਿਆ ਮਜ਼ਾ ਦਿਲਾ ਹੋਇਆ ਵੇ ਮਹੀ ਹੁਣ ਮੁੱਦਤਾਂ ਹੋਈਆਂ, ਤੇ ਲੋਕੀ ਮੈਨੂੰ ਕਹਿਣ ਸਦਾ ਆਗ ਤੰਦੂਰ ਤਪੇ ਤਨ ਮੇਰਾ, ਅਸੀਂ ਅੱਗੇ ਸ਼ਕਨ ਲਾਈ, ਹੋ ਨਸ ਨਾ ਸਕਦੀ ਅੰਮ੍ਰਿਤ ਤੇਰੇ ਨੇ ਪਾਈ ਰੇਸ਼ਮ ਗਲ ਵਿੱਚ ਪਾਈ, ਹੋ ਨਸ ਨਾ ਸਕਦੀ ਅੰਮ੍ਰਿਤ ਤੇਰੇ ਨੇ ਪਾਈ ਰੇਸ਼ਮ ਗਲ ਵਿੱਚ ਪਾਈ, ਜਾਨੀ ਯਾਰ ਬਸ਼ੀਰ ਪੁਕਾਰੇ ਸਾਨੂੰ ਕਿਹੜਾ ਰੋਗ ਲੱਗਾ, ਭੁੱਲ ਕੇ ਮੈਂ ਕਰ ਬੈਠੀ ਤੇਰੇ ਨਾਲ ਪਿਆਰ ਵੇ, ਭੁੱਲ ਕੇ ਮੈਂ ਕਰ ਬੈਠੀ ਕੋਲ ਤੇ ਕਰਾਰ ਵੇ, ਭੁੱਲ ਕੇ ਮੈਂ ਕਰ ਬੈਠੀ ਕੋਲ ਤੇ ਕਰਾਰ ਵੇ, ਆਵੇਗਾ ਸੰਦੇਸ਼ਾ ਕਦੋਂ ਮਹੀ ਵੱਲੋਂ ਆਉਣ ਦਾ, ਰਾਵਾਂ ਵਿੱਚ ਬਹਿ ਕੇ ਬੈਣ ਲੰਮੇ ਲੰਮੇ ਪੌਣ ਦਾ, ਵੇਖ ਲਿਆ ਮਜ਼ਾ ਹੋ ਵੇਖ ਲਿਆ ਮਜ਼ਾ ਦਿਲਾ ਅੱਖੀਆਂ ਮਿਲਾਉਣ ਦਾ, ਰਾਵਾਂ ਵਿੱਚ ਬਹਿ ਕੇ ਬੈਣ ਲੰਮੇ ਲੰਮੇ ਪੌਣ ਦਾ, ਵੇਖ ਲਿਆ ਮਜ਼ਾ, ਉਹ ਮੂੰਹ ਬੋਲ ਵੱਲੇ ਨਾ ਬੋਲ ਬੈਠੀ, ਹੁੰਦੇ ਖਸਮ ਨਾਰਾਜ਼ ਬੜੀ ਬੋਲੀਆਂ ਦੇ, ਮੂੰਹ ਬੋਲ ਵੱਲੇ ਨਾ ਬੋਲ ਬੈਠੀ, ਹੁੰਦੇ ਖਸਮ ਨਾਰਾਜ਼ ਬੜੀ ਬੋਲੀਆਂ ਦੇ, ਜਿਹੜੀਆਂ ਨਾਲ ਅਦੂਬਾ ਵਿੱਚ ਰਹਿਣ ਖਸਮ ਕੰਮ ਸਵਰ ਜਾਂਦੇ ਉਹਨਾਂ ਗੋਲੀਆਂ ਦੇ, ਹੋ ਬੋਲੀ ਕਾ
ते कोयल दी दसदी है बड़े फर्क होंदे सजना बोलियां दे कां कन खावे कोयल ठंड पावे बड़े फर्क होंदे सजना बोलियां दे उधड़ गईया नू सरदार फिर पैण तके शर्मा वालियां नू झूटे डोलियां उधड़ गईया नू सरदार फिर पैण तके शर्मा वालियां नू झूटे डोलियां दे शर्मा वालियां नू झूटे डोलियां दे आखिरी फिर को ना जी जी हो मुँह बोल बलडे ना बोल बैठी होंदे खसम नाराज बड़ बोलियां दे जेड़ियां नाल अदबा विच रहन खसम कम सवर जांदे उन्हां गोलियां दे बोली का ते कोयल दी दसदी है बड़े फर्क होंदे सजना बोलियां दे कां कन खावे कोयल ठंड पावे बड़े फर्क होंदे सजना बोलियां दे उदल गईया नू सरदार फिर पैण तके शर्मा वालियां नू झूटे डोलियां दे शर्मा वालियां नू झूटे डोलियां दे शर्मा वालियां नू झूटे डोलियां दे वाह जी वाह 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 जी वाह जी जनाब ਬਹੁਤ ਵਧੀਆ ਜੀ, ਬਹੁਤ हाँ ਵਧੀਆ। जी नवीद साहब भी साडे नाल जुड़े हुए ने नवीद सिद्धू साहब अगर सानू सुन रहे ने ਉਹ ਤੇ ਬਹਰਾਲ ਇਹ ਤੁਹਾਡੇ ਸਾਹਮਣੇ ਇੱਕ ਖੂਬਸੂਰਤ ਜਿਹੜਾ ਕਲਾਮ ਹੈ ਸੋਹਣਾ ਕਲਾਮ ਜਿਹੜਾ ਹੈ ਉਹ ਅਬਾਸ ਅਲੀ ਪੇਸ਼ ਕਰ ਰਹੇ ਸੀ ਤੇ ਦੇਖੋ ਨਾ ਤੁਸੀਂ ਕਿਵੇਂ ਜੇ ਅਗਰ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਤੇ ਕਿਵੇਂ ਇਹਨਾਂ ਦੀ ਦਿਲੋਂ ਜਿਹੜੀ ਆਵਾਜ਼ ਨਿਕਲਦੀ ਹੈ ਇਹ ਇਹੋ ਜਿਹੀ ਆਵਾਜ਼ ਹੈ ਕਿ ਜਿਹੜੀ ਮਨ ਦੇ ਅੰਦਰ ਉਤਰਨ ਵਾਲੀ ਹੈ ਬਹੁਤ ਸਾਰੇ ਐਸੇ ਅਸੀਂ ਸੁਣੇ ਹੋਣੇ ਕਿ ਆਵਾਜ਼ ਉਹਨਾਂ ਦੀ ਚੰਗੀ ਹੁੰਦੀ ਹੈ ਅੱਛਾ ਲੇਕਿਨ ਇਹ ਦੇਖੋ ਅਬਾਸ ਅਲੀ ਦਾ ਕਲਾਮ ਵੀ ਚੰਗਾ ਹੈ ਆਵਾਜ਼ ਵੀ ਚੰਗੀ ਹੈ ਤੇ ਜਿਵੇਂ ਸਾਰੇ ਲੋਕ ਤੁਸੀਂ ਮੈਂ ਹੁਣੇ ਮੈਸੇਜ ਪੜ੍ਹ ਰਿਹਾ ਸੀ ਤਾਂ ਜਿਵੇਂ ਤੁਸੀਂ ਅਬਾਸ ਅਲੀ ਦੀ ਤਾਰੀਫ ਕਰ ਰਹੇ ਹੋ ਜਿਵੇਂ ਲੋਕ ਜਿਹੜੇ ਨੇ ਉਹ ਸਾਰਾ ਆਪਣਾ ਇਹਨੂੰ ਤਾਰੀਫ ਕਰ ਰਹੇ ਨੇ ਇਹਦੀ ਔਰ ਇਹਦੀ ਆਵਾਜ਼ ਨੂੰ ਸਰਾਹ ਰਹੇ ਨੇ ਜਿਹੜੀ ਤੇ ਇਹ ਦੇਖੋ ਕਿ ਅਗਰ ਆਵਾਜ਼ ਲੋਕਾਂ ਤੱਕ ਪਹੁੰਚਦੀ ਹੈ ਚੰਗੀ ਤੇ ਜ਼ਰੂਰ ਉਹਨੂੰ ਲੋਕ ਜਿਹੜੇ ਨੇ ਪਸੰਦ ਕਰਦੇ ਨੇ ਤੇ ਸਾਡੇ ਪ੍ਰੋਗਰਾਮ ਦਾ ਜਿਹੜਾ ਵੇਲਾ ਹੈ ਉਹ 7 ਮਿੰਟ ਵੇਲਾ ਹੈ ਇਹ 7 ਮਿੰਟ ਦਾ ਵੇਲਾ ਜਿਹੜਾ ਹੈ ਮੈਂ ਕਹਿੰਦਾ ਕਿ ਜ਼ਿਆਦਤੀ ਹੋਏਗੀ ਤੁਹਾਡੇ ਨਾਲ ਵੀ ਤੇ ਅਬਾਸ ਅਲੀ ਨਾਲ ਵੀ ਕਿ ਅਗਰ ਅਸੀਂ ਇਹ 7 ਮਿੰਟ ਜਿਹੜਾ ਹੈ ਸਿਰਫ ਅਬਾਸ ਅਲੀ ਦੀ ਪਸੰਦ ਜਿਹੜੀ ਹੈ ਅਸੀਂ ਸੁਣਦੇ ਹਾਂ ਜੀ ਅਬਾਸ हो तुमी अख साडे ते रखनी नी तायो चोरी चोरी तकनी तायो चोरी चोरी तकनी करनी है प्यार बेशुमार पर चकनी तायो चोरी चोरी तकनी तायो चोरी चोरी तकनी तेरी गुत सपनी लहरों दिए तेरी चांजर शोर मचोंदी है तेरा लक बदला वाल खावे नी ते थो रूप ना चलिया जावे नी दसनी टोर होर होर
पब रखनी है ने तायूं चोरी चोरी तकनी है तायूं चोरी चोरी तकनी है करनी है प्यार बेशुमार जरा चखनी है ने तायूं चोरी चोरी तकनी है। हाँ जी ਇਹ ਇਹਦੇ ਨਾਲ ਹੀ ਅਸੀਂ ਸਾਡੇ ਕੋਲੇ 2-4 ਮਿੰਟ ਹੈਗੇ ਨੇ ਤੇ ਜੀ ਨਵੀਦ ਸਿੱਧੂ ਸਾਹਿਬ ਸਰ ਜੀ ਦੇਖਣ ਵਾਲੇ ਸਾਰੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ, अस्सलाम वालेकुम। ਨਾਸਰ ਤੇ ਅੱਜ ਢੋਲ ਵਜਾਉਣ ਵਾਲਾ ਹੀ ਲੱਗ ਰਿਹਾ, ਖੈਰ ਹੋਵੇ। ਵਾਹ ਜੀ ਵਾਹ, ਸਿੱਧੂ ਸਾਹਿਬ ਕੀ ਬਾਤ ਹੈ। अस्सलाम वालेकुम जी, सत श्री अकाल ਸਾਰੇ ਦੋਸਤਾਂ ਨੂੰ, ਕੀ ਹਾਲ ਚਾਲ ਹੈ? ਮੁਬਾਰਕ ਭਰਾਵਾ ਤੈਨੂੰ, ਮੁਬਾਰਕ ਸਾਡੇ ਵੀਰ ਦੀ ਕਹਿੰਦੇ ਮੰਗਣੀ ਅੱਜ, ਅੱਲਾਹ ਪਾਕ ਨੂੰ ਖੁਸ਼ ਆਬਾਦ ਰੱਖੇ। ਬਿਲਕੁਲ ਜੀ ਬਿਲਕੁਲ। ਤੇ ਮੈਂ ਦੱਸਦਾ ਜਾਵਾਂ, ਅਖੀਰ ਤੇ ਆਇਆ, ਮੈਂ ਲੇਟ ਹੋ ਗਿਆ ਤੇ ਅੱਜ ਟੋਟਲ 4300 ਸਟਾਰਸ ਤੇ $43 100 ਸਟਾਰ ਦਾ ਡਾਲਰ, $43 ਅਬਾਸ ਭਾਈ ਦੇ ਬਣੇ ਆ ਜੀ। ਅਬਾਸ ਸਾਡੇ ਕੋਲ ਸਟਾਰ ਜਿੰਨੇ ਭੇਜ ਹੋ ਸਕਦੇ ਸੀ ਮੈਂ ਸਾਰੇ ਭੇਜ ਤੇ, ਅੱਗੇ ਹੋਰ ਭੇਜ ਨਹੀਂ ਸਕਦੇ, ਪਤਾ ਨਹੀਂ ਕੀ ਪ੍ਰੋਬਲਮ ਆ ਰਹੀ ਹੈ। ਤੇ ਅਬਾਸ ਸਾਹਿਬ $43 ਤੁਹਾਡੇ ਲਈ ਪੰਜਾਬੀ ਲੈ ਸਾਂਝੀ ਸੱਤ ਪ੍ਰੋਗਰਾਮ ਦੇ ਤੁਹਾਡੇ ਨਾਲ। ਨਹੀਂ ਅਸੀਂ ਡਾਇਰੈਕਟ ਵੀ ਭੇਜਾਂਗੇ ਜੀ, ਪ੍ਰੋਫੈਸਰ ਸਾਹਿਬ ਨੂੰ ਭੇਜਾਂਗੇ, ਪ੍ਰੋਫੈਸਰ ਸਾਹਿਬ ਇਹਨਾਂ ਨੂੰ ਡਾਇਰੈਕਟ ਦੇਣਗੇ ਪੈਸੇ, ਇਹਨਾਂ ਦੀ ਹੈਲਪ ਕਰਾਂਗੇ ਅਸੀਂ ਜਿੰਨੀ ਹੋ ਸਕੇ। ਉਹ ਹੁਣ ਆਖਰ ਦੇ ਉੱਤੇ ਅਬਾਸ ਅਲੀ ਕਹਿੰਦੇ ਨੇ ਕਿ ਜੀ ਮੈਂ ਇਸੇ ਖੁਸ਼ੀ ਦੇ ਵਿੱਚ ਤੁਹਾਨੂੰ ਦੇਖੋ ਨਾ, ਜਿਸ ਵੇਲੇ ਮਨ ਖੁਸ਼ ਹੁੰਦਾ ਹੈ ਤੇ ਫਿਰ ਆਵਾਜ਼ ਵੀ ਜਿਹੜੀ ਹੈ ਦਿਲੋਂ ਨਿਕਲਦੀ, ਕਹਿੰਦੇ ਇਸੇ ਖੁਸ਼ੀ ਦੇ ਵਿੱਚ ਮੈਂ ਤੁਹਾਨੂੰ ਕੁਝ ਹੋਰ ਸੁਣਾ। ਜੀ ਜੀ ਜ਼ਰੂਰ ਜੀ ਜ਼ਰੂਰ। ਹੋ ਸੋਚਿਆ ਨਹੀਂ ਦਿਲ ਲਾਉਣ ਤੋਂ ਪਹਿਲੋਂ, ਆਪਣਾ ਆਪ ਗਵਾਉਣ ਤੋਂ ਪਹਿਲੋਂ, ਸੋਚਿਆ ਨਹੀਂ ਦਿਲ ਲਾਉਣ ਤੋਂ ਪਹਿਲੋਂ, ਆਪਣਾ ਆਪ ਗਵਾਉਣ ਤੋਂ ਪਹਿਲੋਂ, ਇਸ਼ਕ ਸੀ ਡਾਢੀ ਚੀਜ਼ ਤੇ ਅਸੀਂ ਆਪਣੀ ਗੱਲ ਤੇ ਅੜੇ ਰਹੇ, ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਇਸ਼ਕ ਸੀ ਡਾਢੀ ਚੀਜ਼ ਤੇ ਅਸੀਂ ਆਪਣੀ ਗੱਲ ਤੇ ਅੜੇ ਰਹੇ, ਬਈ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਹੋ ਕੁੱਲੀ ਮਸਤ ਮਲੰਗਾ ਦੇ ਅਰਸ਼ ਬਣਾ ਜਾਵੀਂ ਅੱਜ ਦੀ ਰਾਤ, ਸੁਬਹ ਸਵੇਰੇ ਟੁਰ ਜਾਵੀਂ, ਸੁਬਹ ਸਵੇਰੇ ਟੁਰ ਜਾਵੀਂ, ਅਟਕ ਪਵੀਂ ਜਾਨੀ ਅੱਜ ਦੀ ਰਾਤ, ਐ ਕੁੱਲੀ ਮਸਤ ਮਲੰਗਾ ਦੀ ਇੱਥੇ ਹੋਰ ਕਿਸੇ ਨੇ ਆਉਣਾ ਨਹੀਂ, ਕੁੱਲੀ ਮਸਤ ਮਲੰਗਾ ਦੀ ਅਰਸ਼ ਬਣਾ ਜਾਵੀਂ ਅੱਜ ਦੀ ਰਾਤ, ਸੁਬਹ ਸਵੇਰੇ ਟੁਰ ਜਾਵੀਂ, ਅਟਕ ਪਵੀਂ ਜਾਨੀ ਅੱਜ ਦੀ ਰਾਤ। ਵਾਹ ਜੀ ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਜੀ ਢਿੱਲੋਂ ਸਾਹਿਬ ਕੀ ਬਾਤ, ਬਹੁਤ ਆਲਾ, ਬਹੁਤ ਹੀ ਜ਼ਬਰਦਸਤ। ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਹੈ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ, ਖਾਸ ਤੌਰ ਤੇ ਪ੍ਰੋਫੈਸਰ ਸਾਹਿਬ ਦਾ। ਪ੍ਰੋਫੈਸਰ ਸਾਹਿਬ ਨੇ ਅੱਜ ਪੂਰਾ ਮੋਢੇ ਨਾਲ ਮੋਢਾ ਲਾਇਆ ਜੀ, ਪ੍ਰੋਗਰਾਮ ਚਲਾਇਆ ਸਾਡਾ ਆਪਣਾ ਪ੍ਰੋਗਰਾਮ ਸਾਂਝੀ ਸੱਚ। ਤੇ ਜਿੰਨੇ ਵੀ ਦੋਸਤਾਂ ਜੁਆਇਨ ਕੀਤਾ ਉਹਨਾਂ ਦਾ ਵੀ ਸ਼ੁਕਰੀਆ। ਇੱਕ ਵਾਰੀ ਸ਼ੇਅਰ ਜ਼ਰੂਰ ਕਰ ਦਿਓ, ਆਬਾਸ ਦੀ ਆਵਾਜ਼ ਹੋਰ ਲੋਕਾਂ ਤੱਕ ਵੀ ਪਹੁੰਚ ਜਾਏ। ਕੀ ਕਹਿਣਾ ਚਾਹੁੰਦੇ ਹੋ ਪ੍ਰੋਫੈਸਰ ਸਾਹਿਬ, ਆਖਰ ਤੇ ਟਾਈਮ ਹੋ ਗਿਆ? ਹਾਂਜੀ ਬਸ ਮੇਰਾ ਖਿਆਲ ਹੈ ਨਵੀਦ ਸਾਹਿਬ ਨੇ ਸਾਨੂੰ ਆਖਰ ਤੇ ਜੁਆਇਨ ਕੀਤਾ ਹੈ
ਉਹ ਕੁਝ ਕਹਿਣਾ ਚਾਹ ਰਹੇ ਨੇ। ਮੇਰੀ ਕੀ ਹਿੰਮਤ ਹੈ ਜੀ ਇੰਨੇ ਜ਼ਰਾ ਵਧੀਆ main ਸਿੰਗਰ ਦੇ screen ਸਾਹਮਣੇ ਤੇ ਮੈਂ ਦਿਖਾ। ਕੁਝ ਕਹਿ ਸਕਾਂ ਜੀ। ਆਵਾਜ਼ ਆ ਰਹੀ ਜੀ ਮੇਰੀ? ਆ ਰਹੀ ਜੀ ਆ ਜੀ ਰਹੀ ਆ ਰਹੀ ਆਵਾਜ਼ ਆ ਰਹੀ। ਮੈਂ ਤਾਂ ਚਲੋ ਕੋਲ ਇੱਕ ਕੰਮ ਹੈਗਾ, ਤੁਹਾਨੂੰ ਪਤਾ ਸੰਡੇ ਜੀ ਫਿਰ ਉਹ ਕੰਮ ਕਾਰ ਦਾ। ਤੇ ਵੈਸੇ ਕਿ ਭਾਜੀ ਨੇ ਬਹੁਤ ਵਧੀਆ ਗਾਇਆ ਤੇ ਸਾਡੇ ਕੋਲ ਸਟਾਰ ਨਹੀਂ ਹੋਰ ਭੇਜੇ ਹੋਏ, ਲੇਕਿਨ ਅਸੀਂ ਪ੍ਰੋਫੈਸਰ ਸਾਹਿਬ ਨੂੰ ਜਿੰਨੀ ਕਿ ਸਾਡੀ ਔਕਾਤ ਆ ਜੀ ਅਸੀਂ ਭੇਜਾਂਗੇ ਤਾਂ ਕਿ ਭਾਜੀ ਉਹਨਾਂ ਨੂੰ ਸਾਡੇ ਵੱਲੋਂ ਇੱਕ ਨਜ਼ਰਾਨਾ ਭੇਜਿਆ ਜਾਊਗਾ ਜੀ ਤੇ ਇਹਦੇ ਨਾਲ ਹੀ ਅੱਜ ਦੇ ਜਿਹੜਾ ਸਾਡਾ ਪ੍ਰੋਗਰਾਮ ਹੈ, ਅਸੀਂ ਇਸ ਨੀਅਤ ਤੇ ਅਸੀਂ ਖਤਮ ਕਰਦੇ ਹਾਂ ਕਿ ਸਾਡੇ ਆਸੇ-ਪਾਸੇ ਜਿੰਨੇ ਵੀ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਚੰਗੀ ਆਵਾਜ਼ ਵਾਲੇ ਨੇ ਜਾਂ ਕਿਸੇ ਦੇ ਕੋਲੇ ਫਨ ਹੈ, ਅਸੀਂ ਜ਼ਰੂਰ ਉਹਨੂੰ, ਜਿਨ੍ਹਾਂ ਕੋਲੇ ਵਸੀਲਾ ਨਹੀਂ ਦਾ ਕਿ ਉਹ ਮਸ਼ਹੂਰ ਹੋ ਸਕਣ, ਉਹਨਾਂ ਕੋਲ ਮੋਬਾਈਲ ਹੈ ਨਹੀਂ, ਉਹਨਾਂ ਕੋਲ ਸਕਰੀਨਾਂ ਹੈ ਨਹੀਂ, ਕਿਉਂਕਿ ਅੱਜ ਦਾ ਜਿਹੜਾ ਜ਼ਮਾਨਾ ਸਾਡੇ ਰਾਹੀਂ ਕਿਸੇ ਦਾ ਅਗਰ ਭਲਾ ਹੋ ਜਾਵੇ, ਇਸ ਤੋਂ ਵੱਡੀ ਜਿਹੜੀ ਹੈ ਨੇਕੀ ਹੋਰ ਕੋਈ ਨਹੀਂ ਹੋ ਸਕਦੀ। ਤੇ ਅਸੀਂ ਦੁਆ ਕਰਦੇ ਹਾਂ ਕਿ ਅਬਾਸ ਅਲੀ ਜਿਹੜੇ ਲੋਕ ਨੇ, ਇਹ ਸਾਡੇ ਮਹਿਫਲਾਂ ਇਸੇ ਤਰ੍ਹਾਂ ਹੀ ਆਬਾਦ ਰੱਖਣ। ਤੇ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਅਗਲੇ ਹਫਤੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਫਿਰ ਮਿਲਾਂਗੇ। ਰੱਬ ਰੱਖਾ।